नेक्स्ट जो अपनी वीडियो है वो है अपने को फैक्ट्स इन बॉन्डिंग पार्ट 2। इस वीडियो ਦੇ ਵਿੱਚ ਆਪਾਂ जो है वो करांगे ਆਪਾਂ ਜਿਹੜਾ ਕਰਾਂਗੇ ਰੈਜ਼ੋਨੈਂਸ ਇਫੈਕਟ ਤੇ ਰੈਜ਼ੋਨੈਂਸ ਬਾਰੇ ਤੇ ਰੈਜ਼ੋਨੈਂਸ ਇਫੈਕਟ ਬਾਰੇ ਦੋ ਚੀਜ਼ਾਂ ਆਪਾਂ ਪੜਾਂਗੇ ਇਹਦੇ ਵਿੱਚ। ਠੀਕ ਹੈ, ਸਭ ਤੋਂ ਪਹਿਲੀ ਚੀਜ਼ ਰੈਜ਼ੋਨੈਂਸ ਇਫੈਕਟ, ਕਿਉਂਕਿ ਦੂਸਰਾ ਇਫੈਕਟ ਹੈ ਆਪਣਾ ਆਰਗੈਨਿਕ ਕੈਮਿਸਟਰੀ ਦੇ ਵਿੱਚ, ਪਹਿਲਾਂ ਇੰਡਕਟਿਵ ਸੀਗਾ ਤਾਂ ਇਹਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਰੈਜ਼ੋਨੈਂਸ ਹੈ ਕੀ ਹੈ। ਜਿਵੇਂ ਇੰਡਕਟਿਵ ਇਫੈਕਟ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਵੀ ਇਲੈਕਟ੍ਰੋਨੈਗੇਟਿਵਿਟੀ ਕੀ ਹੈ, ਇਸੇ ਤਰ੍ਹਾਂ ਰੈਜ਼ੋਨੈਂਸ ਪੜ੍ਹਨ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਰੈਜ਼ੋਨੈਂਸ ਐਕਚੁਅਲੀ ਹੈ ਕੀ ਹੈ। ਹੁਣ ਕੈਮਿਸਟਰੀ ਦੇ ਵਿੱਚ ਕੀ ਹੈ, ਜਦੋਂ ਵੀ ਆਪਾਂ ਕਿਸੇ ਮੋਲੀਕਿਊਲ ਦਾ ਜਾਂ ਕਿਸੇ ਕੰਪਾਊਂਡ ਦਾ ਸਟਰਕਚਰ ਲਿਖਦੇ ਹਾਂ ਤਾਂ ਆਪਾਂ ਉਹਦਾ ਸਭ ਤੋਂ ਪਹਿਲਾਂ ਤਾਂ ਲੂਇਸ ਡਾਟ ਸਟਰਕਚਰ ਲਿਖਦੇ ਹਾਂ, ਜਿਹਦੇ ਵਿੱਚ ਆਪਾਂ ਐਟਮਸ ਲਿਖ ਲੈਂਦੇ ਹਾਂ ਪਹਿਲਾਂ ਤਾਂ ਜਿਹੜੇ ਐਟਮਸ ਹੈਗੇ, ਫਿਰ ਜਿਹੜੇ ਉਹਨਾਂ ਦੇ ਵੈਲੈਂਸ ਇਲੈਕਟ੍ਰੋਨਸ ਨੇ ਉਹਨਾਂ ਨੂੰ ਡਾਟਸ ਦੀ ਫਾਰਮ ਦੇ ਵਿੱਚ, ਮਤਲਬ ਇੱਕ ਬੌਂਡ ਦੇ ਵਿੱਚ 2 ਇਲੈਕਟ੍ਰੋਨਸ ਹੁੰਦੇ ਤਾਂ 2 ਡਾਟ ਉੱਥੇ ਬਣਾ ਦਿੰਦੇ ਹਾਂ ਆਪਾਂ। ਠੀਕ ਹੈ, ਇੱਦਾਂ ਉਹ ਆਪਣੇ ਸਿਲੇਬਸ ਤੋਂ ਬਾਅਦ ਦੀਆਂ ਗੱਲਾਂ ਨੇ। ਠੀਕ ਹੈ, ਪਹਿਲਾਂ ਦੀਆਂ ਗੱਲਾਂ ਨੇ ਤਾਂ ਆਪਾਂ ਉਹ ਨਹੀਂ ਪੜ੍ਹਾਂਗੇ ਡਿਟੇਲ ਦੇ ਵਿੱਚ, ਮਤਲਬ ਪਹਿਲਾਂ ਲੂਇਸ ਡਾਟ ਸਟਰਕਚਰ ਕਰਦੇ ਹਾਂ। ਉਸ ਤੋਂ ਬਾਅਦ ਠੀਕ ਹੈ, ਕਈ ਵਾਰੀ ਕੀ ਹੁੰਦਾ ਗਾ, ਕਈ ਕੰਪਾਊਂਡਸ ਦੇ ਵਿੱਚ ਇੱਕ ਤੋਂ ਵੱਧ ਲੂਇਸ ਡਾਟ ਸਟਰਕਚਰ ਬਣ ਜਾਂਦਾ, ਮਤਲਬ ਉਹਨਾਂ ਦਾ ਸਟਰਕਚਰ ਮਤਲਬ ਉਹਨਾਂ ਦਾ ਜਿਹੜਾ ਸਟਰਕਚਰ ਹੈ ਉਹਨੂੰ ਇੱਕ ਲੂਇਸ ਡਾਟ ਸਟਰਕਚਰ ਵੀ ਐਕਸਪਲੇਨ ਕਰਦਾ ਅਤੇ ਦੂਸਰਾ ਲੂਇਸ ਡਾਟ ਸਟਰਕਚਰ ਵੀ ਐਕਸਪਲੇਨ ਕਰਦਾ, ਜਦ ਕਿ ਉਹ ਦੋਨੇ ਅਲੱਗ-ਅਲੱਗ ਹੁੰਦੇ ਆ। ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ, ਆਪਾਂ ਉਹਨਾਂ ਦੋਨਾਂ ਸਟਰਕਚਰਸ ਨੂੰ ਲਿਖ ਦਿੰਦੇ ਹਾਂ। ਠੀਕ ਹੈ, ਦੋਨਾਂ ਸਟਰਕਚਰਸ ਨੂੰ ਲਿਖਣ ਤੋਂ ਬਾਅਦ ਉਹਨਾਂ ਦੇ ਵਿਚਾਲੇ ਆਪਾਂ ਇੱਕ ਇੱਦਾਂ ਦਾ ਐਰੋ ਪਾ ਦਿੰਦੇ ਹਾਂ ਜਿਹਦੇ ਦੋਹੇ ਪਾਸੇ ਹੈੱਡ ਹੋਵੇ। ਠੀਕ ਹੈ, ਐਰੋ ਦੇ ਦੋਨੇ ਪਾਸੇ, ਇਹਨੂੰ ਕਹਿੰਦੇ ਆ ਡਬਲ ਹੈਡਡ ਐਰੋ, ਇੱਦਾਂ ਦਾ ਐਰੋ ਪਾ ਦਿੰਦੇ ਹਾਂ। ਠੀਕ ਹੈ, ਤਾਂ ਜਿਹੜੇ ਇਹ ਦੋਨੇ ਸਟਰਕਚਰਸ ਹੋਣਗੇ, ਇਹਨਾਂ ਸਟਰਕਚਰਸ ਨੂੰ ਆਪਾਂ ਕਹਾਂਗੇ ਰੈਜ਼ੋਨੇਟਿੰਗ ਸਟਰਕਚਰਸ। ਠੀਕ ਹੈ, ਅਤੇ ਜਿਹੜਾ ਅਸਲ ਸਟਰਕਚਰ ਹੋਊਗਾ, ਇੱਕ ਗੱਲ ਦਾ ਹੋਰ ਧਿਆਨ ਰੱਖਿਓ ਵੀ ਜਿੱਥੇ 2 ਜਾਂ 2 ਤੋਂ ਵੱਧ ਸਟਰਕਚਰ ਕਿਸੇ ਵੀ ਮੋਲੀਕਿਊਲ ਦੇ ਜਾਂ ਕੰਪਾਊਂਡ ਦੇ ਬਣਦੇ ਹੋਣਗੇ ਤਾਂ ਉਹਨਾਂ 'ਚੋਂ ਚਾਹੇ 2 ਨੇ, ਚਾਹੇ 3 ਨੇ, ਚਾਹੇ 4 ਨੇ, ਉਹਨਾਂ 'ਚੋਂ ਕੋਈ ਵੀ ਸਟਰਕਚਰ ਹੈ ਜਿਹੜਾ ਉਹ ਸਹੀ ਸਟਰਕਚਰ ਹੈ, ਜਿਹੜਾ ਐਕਚੁਅਲ ਸਟਰਕਚਰ ਹੈ ਜਿਹੜਾ ਇਹ ਵਾਲਾ, ਉਸਨੂੰ ਐਕਸਪਲੇਨ ਨਹੀਂ ਕਰੂਗਾ। ਠੀਕ ਹੈ, ਮਤਲਬ ਉਹਦੇ ਬਾਰੇ ਦੱਸੂਗਾ ਥੋੜ੍ਹਾ ਬਹੁਤਾ, ਪਰ ਉਹਦੇ ਮਤਲਬ ਇਹ ਨਹੀਂ ਕਹਿ ਸਕਦੇ ਆਪਾਂ ਵੀ ਇਹ ਐਕਚੁਅਲ ਸਟਰਕਚਰ ਹੈ ਜਾਂ ਇਹ ਐਕਚੁਅਲ ਸਟਰਕਚਰ ਹੈ। ਐਕਚੁਅਲ ਸਟਰਕਚਰ ਇਹ ਹੈ, ਇਹ ਦੋਨੇ ਮਿਲ ਕੇ ਇਹਦੇ ਬਾਰੇ ਦੱਸ ਸਕਦੇ ਆ, ਪਰ ਇਹ ਬਣ ਨਹੀਂ ਸਕਦੇ, ਮਤਲਬ ਇਹ ਦੋਨਾਂ 'ਚੋਂ ਕੋਈ ਵੀ ਐਕਚੁਅਲ ਸਟਰਕਚਰ ਨਹੀਂ ਹੈ, ਪਰ ਐਕਚੁਅਲ ਸਟਰਕਚਰ ਬਾਰੇ ਦੱਸਣਗੇ। ਠੀਕ ਹੈ, ਤਾਂ ਇਸ ਲਈ ਇਹਨਾਂ ਦੋਨਾਂ ਤੋਂ ਮਿਲ ਕੇ ਜਿਹੜਾ ਸਟਰਕਚਰ ਆਹ ਵਾਲਾ ਬਣਿਆ ਇਹ ਹੋਊਗਾ ਆਪਣਾ ਰੈਜ਼ੋਨੇਟਿੰਗ ਸਟਰਕਚਰ। ਜਿਵੇਂ ਫਾਰ ਐਗਜ਼ਾਮਪਲ ਬੈਂਜ਼ੀਨ ਹੀ ਹੈ ਆਪਣੇ ਕੋਲ, ਬੈਂਜ਼ੀਨ ਦੇ ਵਿੱਚ ਆਹ ਬੈਂਜ਼ੀਨ ਦਾ ਸਟਰਕਚਰ 1 ਹੈ। ਠੀਕ ਹੈ, ਇਹਨੂੰ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ, ਇੱਦਾਂ। ਠੀਕ ਹੈ, ਇੱਦਾਂ। ਅਤੇ ਦੂਸਰਾ ਜਿਹੜਾ ਹੈ ਤੁਹਾਡਾ ਉਹ ਬੈਂਜ਼ੀਨ ਦਾ ਸਟਰਕਚਰ 2 ਹੈ, ਇਹਨੂੰ ਤੁਸੀਂ ਬਸ ਡਬਲ ਬੌਂਡਸ ਦੀ ਪੋਜੀਸ਼ਨ ਚੇਂਜ ਕਰ ਦਿਓ, ਇੱਦਾਂ ਲਿਖ ਸਕਦੇ ਹੋ। ਅਤੇ ਜਿਹੜਾ ਤੁਹਾਡਾ ਹੁਣ ਆਪਾਂ ਨੂੰ ਪਤਾ ਵੀ ਬੈਂਜ਼ੀਨ ਦੇ ਵਿੱਚ ਡੀਲੋਕਲਾਈਜੇਸ਼ਨ ਦੇ ਵਿੱਚ ਆਪਾਂ ਪੜ੍ਹਿਆ ਸੀਗਾ, ਬੈਂਜ਼ੀਨ ਦੇ ਵਿੱਚ ਆਹ ਡਬਲ ਬੌਂਡ ਆ, ਸਿੰਗਲ ਬੌਂਡ, ਸਿੰਗਲ ਬੌਂਡ 154 ਹੋਊਗਾ ਪਿਕੋਮੀਟਰ, ਡਬਲ ਬੌਂਡ ਹੈ ਜਿਹੜਾ ਉਹ 133 ਪਿਕੋਮੀਟਰ ਦਾ ਹੋਊਗਾ ਜਾਂ 135 ਜਿੰਨਾ ਵੀ ਤੁਸੀਂ ਕਹਿਣਾ ਚਾਹੋ। ਠੀਕ ਹੈ, ਉਹਨੇ ਪਿਕੋਮੀਟਰ ਦਾ ਹੋਊਗਾ। ਤਾਂ ਫਿਰ ਬੈਂਜ਼ੀਨ ਦਾ ਜਿਹੜਾ ਡਬਲ ਬੌਂਡ ਹੈ, ਬੈਂਜ਼ੀਨ ਦੇ ਵਿੱਚ ਜਿਹੜਾ ਹਰੇਕ ਕਾਰਬਨ ਬੌਂਡ ਹੈ ਉਹ 1.37 ਪਿਕੋਮੀਟਰ ਦਾ, 1.39 ਪਿਕੋਮੀਟਰ ਦਾ ਹੁੰਦਾ, ਜਾਂ ਫਿਰ 139 ਪਿਕੋਮੀਟਰ, ਜਾਂ ਫਿਰ 1.39 ਐਂਗਸਟ੍ਰੋਮ ਦਾ ਹੁੰਦਾ। ਠੀਕ ਹੈ, ਜੇ ਮੈਂ ਗਲਤ ਬੋਲ ਗਿਆ ਹੋਵਾਂ ਪਹਿਲਾਂ ਤਾਂ ਉਹਦਾ ਦੇਖ ਲਿਓ, ਮਤਲਬ ਜਿਵੇਂ ਆ ਲਿਖਿਆ 1.39 ਐਂਗਸਟ੍ਰੋਮ ਆਊਗਾ, ਜਿਹਨੂੰ ਪਿਕੋਮੀਟਰ 'ਚ ਲਿਖਣਾ ਤਾਂ ਇਹ 139 ਪਿਕੋਮੀਟਰ ਬਣੂਗਾ। ਠੀਕ ਹੈ, ਪਹਿਲਾਂ ਕੀ ਬੋਲਿਆ ਮੈਂ ਉਹ 'ਚ ਤੁਸੀਂ ਚੈੱਕ ਕਰ ਲਿਓ, ਮੇਰੇ ਯਾਦ ਨਹੀਂ। ਤਾਂ ਇੱਦਾਂ ਦੇ ਜਿਹੜੇ ਦੋਨੇ ਸਟਰਕਚਰਸ ਨੇਗੇ, ਇਹਨਾਂ ਨੂੰ ਆਪਾਂ ਹੁਣ ਇੱਥੇ ਡਬਲ ਬੌਂਡ ਇੱਥੇ ਅਤੇ ਇੱਥੇ ਆ, ਦੂਸਰੇ 'ਚ ਦੂਸਰੀਆਂ 3 ਪੋਜੀਸ਼ਨਾਂ 'ਤੇ। ਠੀਕ ਹੈ, ਤਾਂ ਆਪਾਂ ਕੀ ਕਹਿ ਤਾ ਵੀ ਦੋਨੇ ਸਟਰਕਚਰਸ ਤੋਂ ਮਿਲ ਕੇ ਇੱਕ ਤੀਸਰਾ ਸਟਰਕਚਰ ਬਣਿਆ। ਤਾਂ ਕਿਉਂਕਿ ਸਾਰੀਆਂ 6 ਦੀਆਂ 6 ਪੋਜੀਸ਼ਨਾਂ 'ਤੇ ਡਬਲ ਬੌਂਡ ਰਹਿੰਦੇ ਨੇ ਤਾਂ ਉਹਨੂੰ ਆਪਾਂ ਸਰਕਲ ਨਾਲ ਇੱਕ ਨਾਲ ਰਿਪਰਜੈਂਟ ਕਰਤਾ, ਮਤਲਬ 6 ਦੀਆਂ 6 ਕਾਰਬਨਾਂ ਦੇ ਉੱਪਰ ਡਬਲ ਬੌਂਡ ਕਿਸੇ ਨਾ ਕਿਸੇ ਟਾਈਮ 'ਤੇ ਪ੍ਰੈਜੈਂਟ ਹੋਊਗਾ। ਤਾਂ ਇਹ ਜਿਹੜਾ ਸਟਰਕਚਰ ਬਣਿਆ ਇਸਨੂੰ ਆਪਾਂ ਕਹਾਂਗੇ ਰੈਜ਼ੋਨੈਂਸ ਹਾਈਬ੍ਰਿਡ। ਠੀਕ ਹੈ, ਇਸੇ ਤਰ੍ਹਾਂ ਹੀ ਮਤਲਬ ਇਹਦੇ ਵਿੱਚ ਕੀ ਹੈ, ਇਹ ਅੱਛਾ ਜਿਹੜੀ ਇਹ ਤਾਂ ਹੋ ਗਈ ਰੈਜ਼ੋਨੈਂਸ। ਠੀਕ ਹੈ, ਮਤਲਬ ਰੈਜ਼ੋਨੈਂਸ ਕੀ ਹੈ, ਤਾਂ ਡੀਲੋਕਲਾਈਜੇਸ਼ਨ ਵੇਅਰ ਪੋਜੀਸ਼ਨ ਆਫ ਐਟਮਸ ਆਰ ਫਿਕਸਡ, ਮਤਲਬ ਐਟਮਸ ਨੇ ਜਿਹੜੇ ਇਹਦੇ ਵਿੱਚ ਦੇਖੋ ਕਾਰਬਨਾਂ ਫਿਕਸ ਨੇ ਸਾਰੀਆਂ ਦੋਨਾਂ ਸਟਰਕਚਰਸ ਦੇ ਵਿੱਚ, ਤਿੰਨਾਂ ਦੇ ਵਿੱਚ, ਅਤੇ ਹਾਈਡਰੋਜਨਾਂ ਸਾਰੀਆਂ ਫਿਕਸ ਨੇ। ਠੀਕ ਹੈ, ਅਤੇ ਉਸ ਤੋਂ ਬਾਅਦ ਸਿਗਮਾ ਬੌਂਡਸ ਸਾਰੇ ਫਿਕਸ ਨੇ, ਸਿਗਮਾ ਬੌਂਡ ਸਾਰੇ ਫਿਕਸ ਨੇ, ਸਿੰਗਲ ਬੌਂਡ ਨੇ ਜਿਹੜੇ ਉਹ ਸਾਰੇ ਫਿਕਸ ਨੇ। ਤਾਂ ਜਿਹੜੇ ਡਬਲ ਬੌਂਡ ਜਿੱਥੇ ਬਣਦਾ ਸਿਰਫ ਉਹਨਾਂ ਦੀਆਂ ਪੋਜੀਸ਼ਨਾਂ ਹੀ ਵੈਰੀ ਕਰ ਰਹੀਆਂ ਨੇ, ਮਤਲਬ ਸਿਰਫ ਪਾਈ ਇਲੈਕਟ੍ਰੋਨਸ, ਪੋਜੀਸ਼ਨ ਆਫ ਪਾਈ ਇਲੈਕਟ੍ਰੋਨਸ ਆਰ ਸ਼ਿਫਟਡ, ਜਾਂ ਫਿਰ ਜਿੱਥੇ ਮੈਂ ਲਿਖਿਆ ਨਹੀਂ ਪਾਈ, ਪੋਜੀਸ਼ਨ ਆਫ ਪਾਈ ਉਹ ਤਾਂ ਨਹੀਂ ਲਿਖਿਆ, ਮੈਂ ਜਾਣ ਕੇ ਨਹੀਂ ਲਿਖਿਆ ਪਾਈ ਇੱਥੇ, ਉਹ ਅੱਗੇ ਦੱਸਦਾ ਵੀ ਕਿਉਂ ਨਹੀਂ ਲਿਖਿਆ। ਠੀਕ ਹੈ, ਵੈਸੇ ਪਾਈ ਬੈਂਜ਼ੀਨ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਸਿਰਫ ਪਾਈ ਇਲੈਕਟ੍ਰੋਨਸ ਨੇ ਜਿਹੜੇ ਉਹੀ ਸ਼ਿਫਟ ਹੁੰਦੇ ਆ। ਠੀਕ ਹੈ, ਤਾਂ ਇਹ ਜਿਹੜੀ ਸ਼ਿਫਟਿੰਗ ਹੈ
ਤੇ ਇੱਕ ਗੱਲ ਦਾ ਹੋਰ ਧਿਆਨ ਰੱਖਿਓ, ਇੰਡਕਟਿਵ ਇਫੈਕਟ ਸੀਗਾ ਜਿਹੜਾ ਉਹ ਟੈਂਪਰੇਰੀ ਇਫੈਕਟ ਸੀਗਾ, ਠੀਕ ਹੈ। ਮਤਲਬ ਉਹਦੇ ਵਿੱਚ ਕੰਪਲੀਟ ਟਰਾਂਸਫਰ ਨਹੀਂ ਸੀ ਹੁੰਦਾ ਇਲੈਕਟ੍ਰੋਨਸ ਦਾ, ਇਲੈਕਟ੍ਰੋਨ ਸਿਰਫ ਸ਼ਿਫਟ ਹੁੰਦੇ ਸੀ ਟੂਵਾਰਡਸ ਦਾ ਡਾਇਰੈਕਸ਼ਨ ਆਫ ਇਲੈਕਟ੍ਰੋਨੈਗੇਟਿਵ ਐਲੀਮੈਂਟ, ਠੀਕ ਹੈ। ਚੇਨ ਦੇ ਵਿੱਚ ਇਲੈਕਟ੍ਰੋਨ ਸਾਰੀ ਚੇਨ ਦੇ ਵਿੱਚ ਸ਼ਿਫਟ ਹੋ ਜਾਂਦੇ ਸੀ। ਇਹਦੇ ਵਿੱਚ ਕੀ ਹੈ, ਇਲੈਕਟ੍ਰੋਨਸ ਕੰਪਲੀਟਲੀ ਟਰਾਂਸਫਰ ਹੋ ਜਾਣਗੇ, ਸ਼ਿਫਟ ਨਹੀਂ ਹੋਣਗੇ, ਟਰਾਂਸਫਰ ਹੋ ਜਾਣਗੇ, ਆਪਣੀ ਪੋਜੀਸ਼ਨ ਤੋਂ ਕਿਸੇ ਹੋਰ ਪੋਜੀਸ਼ਨ 'ਤੇ ਚਲੇ ਜਾਣਗੇ, ਠੀਕ ਹੈ। ਤਾਂ ਇਹ ਪਰਮਾਨੈਂਟ ਇਫੈਕਟ ਹੈ, ਉਹ ਟੈਂਪਰੇਰੀ ਇਫੈਕਟ ਹੈ, ਠੀਕ ਹੈ। ਇਹਦੇ ਵਿੱਚ ਕੀ ਹੈ, ਪਰਮਾਨੈਂਟ ਟਰਾਂਸਫਰ ਆਫ ਇਲੈਕਟ੍ਰੋਨਸ, ਇਹ ਚੀਜ਼ ਦਾ ਧਿਆਨ ਰੱਖਿਓ। ਉਸ ਤੋਂ ਬਾਅਦ ਰੈਜ਼ੋਨੈਂਸ ਹਾਈਬ੍ਰਿਡ ਹੈ ਜਿਹੜਾ, ਉਹ ਕਿਉਂਕਿ ਜ਼ਿਆਦਾ ਸਟੇਬਲ ਹੁੰਦਾ ਐਜ਼ ਕੰਪੇਅਰ ਟੂ ਰੈਜ਼ੋਨੇਟਿੰਗ ਸਟਰਕਚਰਸ ਤੋਂ, ਠੀਕ ਹੈ। ਤਾਂ ਉਹਦੀ ਜਿਹੜੀ ਐਨਰਜੀ ਹੁੰਦੀ ਆ, ਜਿਵੇਂ ਆਹ ਰੈਜ਼ੋਨੈਂਸ ਹਾਈਬ੍ਰਿਡ ਹੈ, ਤਾਂ ਜਿੰਨਾ ਜ਼ਿਆਦਾ ਸਟੇਬਲ ਹੋਊਗਾ ਉਨੀ ਐਨਰਜੀ ਘੱਟ ਹੋਊਗੀ, ਠੀਕ ਹੈ। ਇਹ ਮੈਂ ਪਹਿਲਾਂ ਵੀ ਸਮਝਾਇਆ ਤੁਹਾਨੂੰ। ਤਾਂ ਇਹਦੀ ਐਨਰਜੀ ਜਿਹੜੀ ਹੈ, ਕਿਉਂਕਿ ਜ਼ਿਆਦਾ ਸਟੇਬਲ ਹੋਊਗਾ ਤਾਂ ਐਨਰਜੀ ਇਹਦੀ ਸਭ ਤੋਂ ਘੱਟ ਹੋਊ। ਆਹ ਮੰਨ ਲਓ ਰੈਜ਼ੋਨੇਟਿੰਗ ਸਟਰਕਚਰ 1 ਦੀ ਐਨਰਜੀ ਆ, ਆਹ 2 ਦੀ ਐਨਰਜੀ ਆ, ਠੀਕ ਹੈ। ਚਾਹੇ ਦੋਨਾਂ ਦੀ ਇਕੁਅਲ ਵੀ ਰਹਿੰਦੀ ਆ। ਤਾਂ ਜਿਹੜਾ ਲੋਐਸਟ ਰੈਜ਼ੋਨੇਟਿੰਗ ਸਟਰਕਚਰ ਹੈ ਉਹਦੇ ਨਾਲੋਂ ਰੈਜ਼ੋਨੈਂਸ ਹਾਈਬ੍ਰਿਡ ਦੀ ਐਨਰਜੀ ਦਾ ਜਿਹੜਾ ਡਿਫਰੈਂਸ ਹੈ, ਉਸ ਐਨਰਜੀ ਨੂੰ ਆਪਾਂ ਕਹਾਂਗੇ ਰੈਜ਼ੋਨੈਂਸ ਐਨਰਜੀ। ਮਤਲਬ ਕਿੰਨੀ ਐਨਰਜੀ, ਰੈਜ਼ੋਨੈਂਸ ਐਨਰਜੀ, ਜਾਂ ਫਿਰ ਇਹਨੂੰ ਆਪਾਂ ਕਹਿ ਸਕਦੇ ਹਾਂ ਡੀਲੋਕਲਾਈਜੇਸ਼ਨ ਐਨਰਜੀ ਜਾਂ ਰੈਜ਼ੋਨੈਂਸ ਐਨਰਜੀ। ਆਪਾਂ ਪਹਿਲਾਂ ਹੀ ਵੀ ਲੋਕਲਾਈਜੇਸ਼ਨ ਅਤੇ ਡੀਲੋਕਲਾਈਜੇਸ਼ਨ 'ਚ ਪੜ੍ਹਿਆ। ਇਹ ਜਿਹੜੇ 1,3-ਬੂਟਾਡਾਈ ਹੁੰਦੀ ਆ ਉਹਦੇ ਵਿੱਚ 12.5 ਕਿਲੋ ਜਾਊਲ ਪਰ ਮੋਲ ਹੁੰਦਾ, ਅਤੇ ਜਿਹੜਾ ਇਹ ਹੈ ਬੈਂਜ਼ੀਨ, ਇਹਦੇ ਵਿੱਚ ਆਪਾਂ ਪੜ੍ਹਿਆ ਸੀਗਾ 151 ਕਿਲੋ ਜਾਊਲ ਪਰ ਮੋਲ ਜਿਹੜੀ ਹੈ ਉਹ ਰੈਜ਼ੋਨੈਂਸ ਜਾਂ ਫਿਰ ਡੀਲੋਕਲਾਈਜੇਸ਼ਨ ਐਨਰਜੀ ਹੁੰਦੀ ਆ। ਉਹ ਕਾਹਦੀ ਐਨਰਜੀ ਹੁੰਦੀ ਹੈ, ਡੀਲੋਕਲਾਈਜੇਸ਼ਨ ਐਨਰਜੀ, ਇਲੈਕਟ੍ਰੋਨਸ ਦਾ ਇੱਕ ਪੋਜੀਸ਼ਨ ਤੋਂ ਦੂਸਰੀ ਪੋਜੀਸ਼ਨ 'ਤੇ ਸ਼ਿਫਟ ਹੋਣਾ। ਹੋਰ ਐਗਜ਼ਾਮਪਲਸ ਆਪਾਂ ਜੇ ਕਰਨੀਆਂ ਹੋਣ ਇਹਦੀਆਂ ਰੈਜ਼ੋਨੈਂਸ ਦੀਆਂ, ਤਾਂ ਉਹ ਹੋਊਗੀ ਕਾਰਬਨ ਡਾਈਆਕਸਾਈਡ ਅਤੇ ਕਾਰਬੋਕਸਿਲਿਕ ਐਸਿਡ। ਜਿਵੇਂ ਹੁਣ ਕਾਰਬਨ ਡਾਈਆਕਸਾਈਡ ਹੈ, ਠੀਕ ਹੈ। ਇਹਦੇ ਵਿੱਚ ਮੰਨ ਲਓ ਆਹ ਆਕਸੀਜਨ ਨੇ ਆਪਣੇ ਇਲੈਕਟ੍ਰੋਨਸ ਇਸ ਕਾਰਬਨ ਨੂੰ ਦਿੱਤੇ, ਠੀਕ ਹੈ। ਤਾਂ ਕਾਰਬਨ ਦੇ 4 ਬੌਂਡ ਪਹਿਲਾਂ ਸੀ, ਇੱਕ ਬੌਂਡ ਇਹਨੇ ਜਦੋਂ ਇਲੈਕਟ੍ਰੋਨ ਦਿੱਤੇ 5 ਬਣ ਗਏ। ਤਾਂ ਕਾਰਬਨ ਦੇ 5 ਬੌਂਡ ਬਣ ਨਹੀਂ ਸਕਦੇ ਕਿਉਂਕਿ ਕਾਰਬਨ ਦੇ ਮੈਕਸਿਮਮ 4 ਬੌਂਡ ਹੀ ਹੁੰਦੇ। ਤਾਂ ਇਹ ਕੀ ਕਰੂਗਾ, ਇੱਧਰ ਤਾਂ ਹੁਣੇ ਬਣਿਆ, ਇੱਧਰਲੇ ਪਾਸੋਂ ਇੱਕ ਬੌਂਡ ਤੋੜ ਕੇ ਉਹਦੇ ਇਲੈਕਟ੍ਰੋਨਸ ਆਕਸੀਜਨ ਨੂੰ ਦੇ ਦੂਗਾ, ਠੀਕ ਹੈ। ਅਤੇ ਇੱਥੇ ਕੀ ਹੋਇਆ, ਆਕਸੀਜਨ ਕੋਲ 2 ਇਲੈਕਟ੍ਰੋਨਸ ਵੱਧ ਗਏ, ਤਾਂ ਆਕਸੀਜਨ ਦਾ ਆ ਗਿਆ ਨੈਗੇਟਿਵ ਚਾਰਜ। ਇੱਧਰਲੀ ਆਕਸੀਜਨ ਕੋਲ 2 ਇਲੈਕਟ੍ਰੋਨਸ ਘੱਟ ਗਏ, ਠੀਕ ਹੈ। 3 ਬੌਂਡ ਬਣਾ ਲਏ ਨੇ, ਆਕਸੀਜਨ ਦੇ 2 ਹੀ ਬੌਂਡ ਹੁੰਦੇ ਆ, ਅਤੇ ਇੱਥੇ ਆ ਗਿਆ ਪੋਜ਼ੀਟਿਵ ਚਾਰਜ, ਠੀਕ ਹੈ। ਜੇ ਬੌਂਡ ਵਧਣਗੇ ਤਾਂ ਪੋਜ਼ੀਟਿਵ ਚਾਰਜ ਆਊਗਾ, ਲੋਨ ਪੇਅਰਸ ਵਧਣਗੇ ਤਾਂ ਨੈਗੇਟਿਵ ਚਾਰਜ ਆਊਗਾ। ਇਹ ਚੀਜ਼ ਦਾ ਧਿਆਨ ਰੱਖਿਓ, ਠੀਕ ਹੈ। ਹਾਂ, ਉਸ ਤੋਂ ਬਾਅਦ ਦੂਸਰਾ, ਜੇ ਅੱਛਾ ਉਲਟਾ ਹੋਵੇ ਵੀ ਜੇ ਆਹ ਆਕਸੀਜਨ ਆਪਦੇ ਲੋਨ ਪੇਅਰ ਇੱਥੇ ਡੋਨੇਟ ਕਰੇ ਅਤੇ ਆਹ ਕਾਰਬਨ ਇੱਧਰੋਂ ਬੌਂਡ ਤੋੜ ਲਏ, ਫਿਰ ਆਹ ਵਾਲਾ ਰੈਜ਼ੋਨੇਟਿੰਗ ਸਟਰਕਚਰ ਬਣੂਗਾ, ਠੀਕ ਹੈ। ਇਸ ਕਾਰਬਨ 'ਤੇ ਪੋਜ਼ੀਟਿਵ, ਇਸ ਕਾਰਬਨ 'ਤੇ ਨੈਗੇਟਿਵ ਚਾਰਜ ਆਊਗਾ। ਤਾਂ ਇਹਦੇ ਰੈਜ਼ੋਨੇਟਿੰਗ ਸਟਰਕਚਰਸ ਤਿੰਨੇ ਨੇ ਜਿਹੜੇ ਇਹਦੇ ਰੈਜ਼ੋਨੇਟਿੰਗ ਸਟਰਕਚਰਸ ਨੇ। ਆਹ ਜਿਹੜਾ ਹੈ ਇਹ ਐਕਚੁਅਲ ਸਟਰਕਚਰ ਨੂੰ ਇਹ ਰਿਪਰਜੈਂਟ ਕਰਦਾ ਸਿਰਫ, ਠੀਕ ਹੈ। ਇੱਥੇ ਜਿਹੜੇ ਲੋਨ ਪੇਅਰਸ ਨੇ ਉਹ ਧਿਆਨ ਦੇ ਨਾਲ ਬਣਾ ਲਿਓ, ਉਹ ਤੁਹਾਨੂੰ ਦਿਸਣ, ਠੀਕ ਹੈ। ਨੈਕਸਟ ਹੈ ਕਾਰਬੋਕਸਿਲਿਕ ਐਸਿਡ। ਕਾਰਬੋਕਸਿਲਿਕ ਐਸਿਡ ਕੀ ਹੈ ਆਪਣੇ ਕੋਲ, RC+OH, ਠੀਕ ਹੈ। ਇਹ ਹੁੰਦਾ ਕਾਰਬੋਕਸਿਲਿਕ ਐਸਿਡ। ਇਹਦੇ ਵਿੱਚ ਵੀ ਜਿਹੜੀ ਹੈ ਰੈਜ਼ੋਨੈਂਸ ਜਾਂ ਕਹਿ ਲਓ ਡੀਲੋਕਲਾਈਜੇਸ਼ਨ ਹੈ ਉਹ ਹੋ ਜਾਂਦੀ ਆ। ਉਹ ਕਿਵੇਂ ਹੁੰਦੀ ਆ, ਇਹਦੇ ਵਿੱਚ ਆਕਸੀਜਨ ਦੇ ਲੋਨ ਪੇਅਰਸ ਇੱਥੇ ਸ਼ਿਫਟ ਕਰ ਦਿੰਦਾ, ਕਾਰਬਨ ਦੇ 1 2 3 4 ਅਤੇ 5 ਬੌਂਡ ਬਣ ਗਏ, ਠੀਕ ਹੈ। ਤਾਂ ਇਹ ਕੀ ਕਰੂਗਾ, ਇੱਧਰੋਂ ਨਹੀਂ ਤੋੜ ਸਕਦਾ ਸਿੰਗਲ, ਇੱਧਰੋਂ ਨਹੀਂ ਤੋੜ ਸਕਦਾ, ਤਾਂ ਇੱਧਰੋਂ ਇੱਕ ਬੌਂਡ ਤੋੜ ਦੂਗਾ ਅਤੇ ਉਹਦੇ ਇਲੈਕਟ੍ਰੋਨਸ ਆਕਸੀਜਨ ਨੂੰ ਦੇ ਦੂਗਾ। ਤਾਂ ਆਕਸੀਜਨ 'ਤੇ ਹੋ ਗਏ 3 ਲੋਨ ਪੇਅਰ, ਉੱਥੇ ਵਗ ਗਿਆ ਨੈਗੇਟਿਵ ਚਾਰਜ। ਇਸ ਆਕਸੀਜਨ ਦਾ 1 ਲੋਨ ਪੇਅਰ ਘੱਟ ਗਿਆ, ਬੌਂਡ ਵੱਧ ਗਏ, ਦੋਨੇ ਚੀਜ਼ਾਂ ਹੋ ਗਈਆਂ, ਤਾਂ ਇੱਥੇ ਆ ਗਿਆ ਪੋਜ਼ੀਟਿਵ ਚਾਰਜ, ਠੀਕ ਹੈ। ਹੁਣ ਜਦੋਂ ਦੋਨਾਂ ਚੀਜ਼ਾਂ ਨੂੰ ਆਪਾਂ ਰਿਪਰਜੈਂਟ ਕਰਨਾ, ਠੀਕ ਹੈ। ਹੁਣ ਇਹ ਤਾਂ ਹੋ ਗਏ ਇਹਦੇ ਰੈਜ਼ੋਨੇਟਿੰਗ ਸਟਰਕਚਰਸ, ਠੀਕ ਹੈ। ਤਾਂ ਰੈਜ਼ੋਨੈਂਸ ਹਾਈਬ੍ਰਿਡ ਕੀ ਹੈ ਇਹਦਾ, ਉਹ ਆਹ ਬਣਦਾ। ਉਹ ਕਿਵੇਂ ਬਣਦਾ ਵੀ ਆਹ ਆਕਸੀਜਨ 'ਤੇ ਵੀ ਨੈਗੇਟਿਵ ਚਾਰਜ ਰਹਿੰਦਾ, ਠੀਕ ਹੈ। ਜਦੋਂ ਇਲੈਕਟ੍ਰੋਨਸ ਨੇ, ਠੀਕ ਹੈ, ਜਦੋਂ ਇਸ ਆਕਸੀਜਨ 'ਤੇ ਆ ਜਾਣਗੇ, ਜੇ ਐਚ ਲਾ ਦਈਏ ਤਾਂ ਇੱਥੇ ਵੀ ਨੈਗੇਟਿਵ ਚਾਰਜ ਆ ਜਾਊਗਾ, ਠੀਕ ਹੈ। ਤਾਂ ਦੋਨੇ ਆਕਸੀਜਨਾਂ 'ਤੇ ਇੱਕ ਕਾਰਬਨ ਦੇ ਉੱਪਰ ਇਲੈਕਟ੍ਰੋਨਸ ਘੁੰਮਦੇ ਰਹਿੰਦੇ ਆ। ਤਾਂ ਆਪਾਂ ਇੱਦਾਂ ਡਾਟਡ ਲਾਈਨਸ ਨੇ ਜਿਹੜੀਆਂ ਉਹ ਬਣਾ ਦਿੰਦੇ ਹਾਂ ਇੱਥੇ ਵੀ ਆਕਸੀਜਨ, ਕਾਰਬਨ ਅਤੇ ਆਕਸੀਜਨ, ਇਹਨਾਂ ਤਿੰਨਾਂ ਐਟਮਸ ਦੇ ਉੱਪਰ ਡਾਟਡ ਲਾਈਨ ਦਾ ਮਤਲਬ ਕੀ ਹੈ ਵੀ ਇਲੈਕਟ੍ਰੋਨਸ ਨੇ ਜਿਹੜੇ ਉਹ ਘੁੰਮਦੇ ਰਹਿੰਦੇ ਆ, ਠੀਕ ਹੈ। ਹੁਣ ਉਸ ਤੋਂ ਬਾਅਦ ਰੈਜ਼ੋਨੈਂਸ ਦੀਆਂ ਕੰਡੀਸ਼ਨਾਂ, ਕੀ ਕੰਡੀਸ਼ਨਾਂ ਨੇ ਕਿਸੇ ਵੀ ਮੋਲੀਕਿਊਲ ਦੇ ਵਿੱਚ ਰੈਜ਼ੋਨੈਂਸ ਹੋਣ ਦੀਆਂ, ਵੀ ਰੈਜ਼ੋਨੈਂਸ ਹੋਊਗੀ ਉਹ ਹੋਊਗੀ, ਉਹਦੀਆਂ ਕੀ ਕੰਡੀਸ਼ਨਸ ਨੇ। ਸਭ ਤੋਂ ਪਹਿਲੀ ਤਾਂ ਜਿਹੜੀ ਕੰਡੀਸ਼ਨ ਹੈ ਉਹ ਇਹ ਵੀ ਹਾਈਬ੍ਰਿਡਾਈਜੇਸ਼ਨ ਆਫ ਆਲ ਦਾ ਐਟਮਸ ਐਂਡ ਪੋਜੀਸ਼ਨ ਆਫ ਆਲ ਦਾ ਐਟਮਸ ਰਿਮੇਨ ਸੇਮ। ਮਤਲਬ ਪੋਜੀਸ਼ਨ ਸੇਮ ਰਹਿਣੀ ਚਾਹੀਦੀ ਹੈ ਅਤੇ ਹਾਈਬ੍ਰਿਡਾਈਜੇਸ਼ਨ ਹਰੇਕ ਐਟਮ ਦੀ ਸੇਮ ਰਹਿਣੀ ਚਾਹੀਦੀ ਹੈ, ਠੀਕ ਹੈ।
ਜਿਵੇਂ ਹੁਣ ਇੱਥੇ ਕੀ ਸੀ, ਆਕਸੀਜਨ ਦੀ sp3 ਹਾਈਬ੍ਰਿਡਾਈਜੇਸ਼ਨ ਹੈ, ਇੱਥੇ ਵੀ ਆਕਸੀਜਨ ਦੀ sp3 ਹੈ, ਕਾਰਬਨ ਦਾ ਡਬਲ ਬੌਂਡ ਬਣਦਾ ਤਾਂ ਕਾਰਬਨ ਦੀ ਕੀ ਹੈ sp2 ਹਾਈਬ੍ਰਿਡਾਈਜੇਸ਼ਨ, ਇੱਥੇ ਵੀ ਡਬਲ ਹੈ, ਇੱਥੇ ਵੀ ਡਬਲ ਹੈ, ਦੋਨਾਂ 'ਚ ਸੇਮ ਰਹਿੰਦੀ ਹੈ। ਠੀਕ ਹੈ, ਇੱਥੇ ਕਾਰਬਨ ਦੇ 2 ਡਬਲ ਬੌਂਡ ਨੇ, 2 ਡਬਲ ਬੌਂਡ ਹੋਵੇ ਜਾਂ ਫਿਰ ਇੱਕ ਟ੍ਰਿਪਲ ਅਤੇ ਇੱਕ ਸਿੰਗਲ ਬੌਂਡ ਹੋਵੇ। ਠੀਕ ਹੈ, ਤਾਂ ਉੱਥੇ ਕਾਰਬਨ ਦੀ ਕਿਹੜੀ ਹਾਈਬ੍ਰਿਡਾਈਜੇਸ਼ਨ ਹੁੰਦੀ ਹੈ sp। ਹੁਣ ਇੱਥੇ ਇੱਕ ਟ੍ਰਿਪਲ ਹੈ, ਇੱਕ ਸਿੰਗਲ ਹੈ, ਇੱਥੇ ਵੀ sp, ਇੱਕ ਟ੍ਰਿਪਲ ਇੱਕ ਸਿੰਗਲ, ਇੱਥੇ ਵੀ sp, ਤਿੰਨਾਂ ਦੇ ਵਿੱਚ ਕਾਰਬਨ ਦੀ ਹਾਈਬ੍ਰਿਡਾਈਜੇਸ਼ਨ ਸੇਮ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਕਹਿੰਦਾ, ਪਾਈ ਇਲੈਕਟ੍ਰੋਨਸ ਐਂਡ ਲੋਨ ਪੇਅਰ ਇਲੈਕਟ੍ਰੋਨ ਪੋਜੀਸ਼ਨ ਕੈਨ ਬੀ ਚੇਂਜਡ, ਮਤਲਬ ਪੋਜੀਸ਼ਨਾਂ ਜਿਹੜੀਆਂ ਚੇਂਜ ਹੋਣਗੀਆਂ ਉਹ ਸਿਰਫ ਪਾਈ ਇਲੈਕਟ੍ਰੋਨ ਦੀਆਂ ਅਤੇ ਲੋਨ ਪੇਅਰ ਇਲੈਕਟ੍ਰੋਨਸ ਨੇ ਜਿਹੜੇ, ਸਿਰਫ ਉਹਨਾਂ ਦੀਆਂ ਪੋਜੀਸ਼ਨਾਂ ਹੀ ਚੇਂਜ ਹੋਣਗੀਆਂ। ਠੀਕ ਹੈ, ਉਸ ਤੋਂ ਬਾਅਦ ਦਾ ਐਟਮਸ ਟੇਕਿੰਗ ਪਾਰਟ ਇਨ ਰੈਜ਼ੋਨੈਂਸ ਮਸਟ ਲਾਈ ਇਨ ਸੇਮ ਪਲੇਨ, ਜਿਹੜੇ ਐਟਮਸ ਰੈਜ਼ੋਨੈਂਸ ਦੇ ਵਿੱਚ ਟੇਕ ਪਾਰਟ ਕਰਦੇ ਨੇ ਉਹਨਾਂ ਦੀਆਂ ਪੋਜੀਸ਼ਨਾਂ ਨੇ ਜਿਹੜੀਆਂ ਉਹ ਜਿਹੜੇ ਸਾਰੇ ਦੇ ਸਾਰੇ ਆਈਟਮਸ ਨੇ ਉਹ ਇੱਕ ਪਲੇਨ ਦੇ ਵਿੱਚ ਹੀ ਰਹਿਣਗੇ। ਠੀਕ ਹੈ, ਉਸ ਤੋਂ ਬਾਅਦ ਆਲ ਦ ਰੈਜ਼ੋਨੇਟਿੰਗ ਸਟਰਕਚਰਸ ਹੈਵ ਸੇਮ ਨੰਬਰ ਆਫ ਪੇਅਰਡ ਐਂਡ ਅਨਪੇਅਰਡ ਇਲੈਕਟ੍ਰੋਨਸ, ਮਤਲਬ ਪੇਅਰਡ ਅਤੇ ਅਨਪੇਅਰਡ ਇਲੈਕਟ੍ਰੋਨ। ਜੇ ਕੋਈ ਪੇਅਰ ਦੇ ਵਿੱਚ ਹੈ ਇਲੈਕਟ੍ਰੋਨ, ਲੋਨ ਪੇਅਰ ਹੈ ਤਾਂ ਲੋਨ ਪੇਅਰ ਹੀ ਰਹੂਗਾ, ਉਹਦੇ ਵਿੱਚ ਇੱਦਾਂ ਨਹੀਂ ਹੋਊਗਾ ਇੱਕ ਇਲੈਕਟ੍ਰੋਨ ਕਿਤੇ ਚਲਾ ਗਿਆ ਦੂਸਰਾ ਕਿਤੇ ਰਹਿ ਗਿਆ, ਉਹ ਦੋਨੇ ਅਨਪੇਅਰਡ ਹੋ ਜਾਣਗੇ। ਇਹ ਚੀਜ਼ ਨਹੀਂ ਹੋਣੀ ਚਾਹੀਦੀ, ਮਤਲਬ ਜੇ ਅਨਪੇਅਰਡ ਹੈ ਤਾਂ ਅਨਪੇਅਰਡ ਹੀ ਰਹੂਗਾ, ਜੇ ਪੇਅਰਡ ਹੈ ਤਾਂ ਪੇਅਰਡ ਹੀ ਰਹੂਗਾ। ਜਿਵੇਂ ਹੁਣ ਇਹਦੇ ਵਿੱਚ ਦੇਖਦੇ ਹਾਂ ਆਪਾਂ 1,3-ਬੂਟਾਡਾਈਨ CH2 ਡਬਲ ਬੌਂਡ, CH ਸਿੰਗਲ ਬੌਂਡ, CH ਡਬਲ ਬੌਂਡ, CH2, ਇਹਦੇ ਵਿੱਚ ਕੋਈ ਵੀ ਅਨਪੇਅਰਡ ਇਲੈਕਟ੍ਰੋਨ ਨਹੀਂ ਹੈ, ਸਾਰੇ ਦੇ ਸਾਰੇ ਪੇਅਰਡ ਨੇ, ਬੌਂਡ ਬਣਾਏ ਹੋਏ ਨੇ। ਹੁਣ ਜੇ ਇਹਦਾ ਆਪਾਂ ਆਹ ਰੈਜ਼ੋਨੇਟਿੰਗ ਸਟਰਕਚਰ ਦੇਖੀਏ, ਇੱਥੇ ਬੌਂਡ ਇੱਕ ਪੇਅਰ ਇੱਕ ਇਲੈਕਟ੍ਰੋਨ ਅਤੇ ਇੱਕ ਇਲੈਕਟ੍ਰੋਨ, 2 ਅਨਪੇਅਰਡ ਇਲੈਕਟ੍ਰੋਨਸ ਹੋ ਗਏ। ਠੀਕ ਹੈ, ਇਹਦੇ ਵਿੱਚ 2 ਅਨਪੇਅਰਡ ਇਲੈਕਟ੍ਰੋਨਸ ਨੇ, ਇੱਥੇ ਕੋਈ ਵੀ ਅਨਪੇਅਰਡ ਇਲੈਕਟ੍ਰੋਨ ਨਹੀਂ ਹੈਗਾ, ਤਾਂ ਇਹਦੇ ਵਿੱਚ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ ਅਤੇ ਨੰਬਰ ਆਫ ਪੇਅਰਡ ਇਲੈਕਟ੍ਰੋਨਸ ਚੇਂਜ ਹੋ ਗਏ। ਠੀਕ ਹੈ, ਤਾਂ ਇਹ ਜਿਹੜਾ ਹੈ ਇਹਨੂੰ ਆਪਾਂ ਰੈਜ਼ੋਨੇਟਿੰਗ ਸਟਰਕਚਰ ਹੈ ਜਿਹੜਾ ਉਹ ਨਹੀਂ ਗਿਣ ਸਕਦੇ 1,3-ਬੂਟਾਡਾਈਨ ਦਾ। ਉਸ ਤੋਂ ਬਾਅਦ ਆਲ ਦਾ ਐਟਮਸ ਮਸਟ ਹੈਵ ਕਰੈਕਟ ਨੰਬਰ ਆਫ ਵੇਲੈਂਸ ਇਲੈਕਟ੍ਰੋਨਸ। ਇਹਦਾ ਮਤਲਬ ਕੀ ਹੈ ਵੀ ਵੇਲੈਂਸ ਇਲੈਕਟ੍ਰੋਨਸ ਨੇ ਜਿਹੜੇ, ਜਿਵੇਂ ਹੁਣ ਪਹਿਲੇ 2 ਨੇ ਹਾਈਡਰੋਜਨ ਅਤੇ ਹੀਲੀਅਮ। ਠੀਕ ਹੈ, ਇਹਨਾਂ ਦੇ ਵਿੱਚ ਮੈਕਸੀਮਮ 2 ਇਲੈਕਟ੍ਰੋਨਸ ਆ ਸਕਦੇ ਕਿਉਂਕਿ ਇੱਕੋ ਹੀ ਸ਼ੈੱਲ ਹੁੰਦਾ ਇਹਨਾਂ ਦੇ ਵਿੱਚ। ਉਸ ਤੋਂ ਬਾਅਦ ਨੀਅਨ ਤੱਕ, ਠੀਕ ਹੈ, ਮਤਲਬ ਪਹਿਲੇ 10 ਐਲੀਮੈਂਟਸ ਨੇ ਜਿਹੜੇ, ਤੀਸਰੇ ਤੋਂ 10ਵੇਂ ਤੱਕ ਨੇ ਜਿਹੜੇ, ਉਹਨਾਂ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਆ ਸਕਦੇ ਆ 10, ਮੈਕਸੀਮਮ 10 ਤੱਕ ਇਲੈਕਟ੍ਰੋਨਸ ਆ ਸਕਦੇ। ਕਿਉਂ? 1s ਦੇ ਵਿੱਚ 2, 2s ਦੇ ਵਿੱਚ 2 ਅਤੇ 2p ਦੇ ਵਿੱਚ 6, ਟੋਟਲ ਮਿਲਾ ਕੇ 10 ਹੋ ਗਏ। ਤਾਂ ਜੇ ਕਿਸੇ ਇਹੋ ਜਿਹੇ ਮਤਲਬ 10ਵੇਂ ਐਲੀਮੈਂਟ ਤੱਕ, 10ਵਾਂ ਤਾਂ ਨੋਬਲ ਗੈਸ ਆ, ਉਹ ਤਾਂ ਬੌਂਡ ਹੀ ਨਹੀਂ ਬਣਾਊਗਾ। ਠੀਕ ਹੈ, ਫਲੋਰੀਨ ਲਾ ਲਓ 9 ਨੰਬਰ ਤੱਕ, ਫਲੋਰੀਨ ਤੱਕ ਜਿੰਨੇ ਵੀ ਆਈਟਮਸ ਨੇ ਸਾਰਿਆਂ ਦੇ ਮੈਕਸੀਮਮ 10 ਇਲੈਕਟ੍ਰੋਨਸ ਹੋ ਸਕਦੇ। ਜੇ 10 ਤੋਂ ਵੱਧ ਹੁੰਦੇ ਆ, ਠੀਕ ਹੈ, ਤਾਂ ਉਹ ਜਿਹੜੇ ਨੇਗੇ ਉਹ ਰੈਜ਼ੋਨੇਟਿੰਗ ਸਟਰਕਚਰਸ ਨੇ ਜਿਹੜੇ ਉਹ ਅਨਸਟੇਬਲ ਹੋਣਗੇ ਅਤੇ ਉਹ ਕਾਊਂਟ ਨਹੀਂ ਕੀਤੇ ਜਾਣਗੇ। ਫਾਰ ਐਗਜ਼ਾਮਪਲ ਜਿਵੇਂ ਆਹ ਹੈ CH2 ਸਿੰਗਲ ਬੌਂਡ, CH ਡਬਲ ਬੌਂਡ, NH3, ਇਹ ਜਿਹੜਾ ਹੈ ਇਹਦਾ CH2 ਡਬਲ ਬੌਂਡ, CH ਸਿੰਗਲ ਬੌਂਡ, NH3 ਪੋਜ਼ੀਟਿਵ। ਠੀਕ ਹੈ, ਨਾਈਟ੍ਰੋਜਨ ਦੇ 4 ਬੌਂਡ ਬਣੇ ਤਾਂ ਨਾਈਟ੍ਰੋਜਨ ਦੇ ਪੋਜ਼ੀਟਿਵ ਚਾਰਜ ਆ ਗਿਆ। ਤਾਂ ਹੁਣ ਇਹਦੇ ਵਿੱਚ ਕੀ ਹੈ, ਨਾਈਟ੍ਰੋਜਨ ਦੇ 3 ਅਤੇ 1 4 ਬੌਂਡ ਨੇ, ਇੱਕ ਪੋਜ਼ੀਟਿਵ ਚਾਰਜ ਹੈ। ਠੀਕ ਹੈ, ਤਾਂ 4 ਬੌਂਡ ਮਤਲਬ 8 ਇਲੈਕਟ੍ਰੋਨ ਇਹਦੇ ਵਿੱਚ ਪੂਰੇ ਨੇ। ਹੁਣ ਇੱਥੇ ਜੇ ਦੇਖੋ 3 ਬੌਂਡ ਹਾਈਡਰੋਜਨਾਂ ਨਾਲ, 2 ਬੌਂਡ ਇੱਧਰ, 5 ਬੌਂਡ ਹੋ ਗਏ। ਠੀਕ ਹੈ, 10 ਇਲੈਕਟ੍ਰੋਨਸ ਹੋ ਗਏ ਨਾਈਟ੍ਰੋਜਨ ਦੇ ਉੱਪਰ। 10 ਇਲੈਕਟ੍ਰੋਨਸ ਨੇ ਜਿਹੜੇ ਉਹ ਹੋ ਨਹੀਂ ਸਕਦੇ ਨਾਈਟ੍ਰੋਜਨ 'ਤੇ, ਕਿਉਂਕਿ 8 ਰਹਿਣੇ ਚਾਹੀਦੇ ਨੇ। ਠੀਕ ਹੈ, ਜੇ ਫਸਟ S ਵਾਲੇ ਆਪਾਂ ਨਾ ਗਿਣੀਏ ਤਾਂ ਆਊਟਰ ਮੋਸਟ ਦੇ ਵਿੱਚ 8 ਰਹਿਣੇ ਚਾਹੀਦੇ ਨੇ, ਇੱਥੇ ਕਿੰਨੇ ਬਣ ਗਏ 10। ਠੀਕ ਹੈ, ਤਾਂ ਆਪਾਂ ਹੁਣ 10 ਇਲੈਕਟ੍ਰੋਨਸ ਨਹੀਂ ਹੋ ਸਕਦੇ, ਤਾਂ ਇਹਨੂੰ ਆਪਾਂ ਕੰਟਰੀਬਿਊਟਿੰਗ ਸਟਰਕਚਰ ਦੇ ਵਿੱਚ ਨਹੀਂ ਗਿਣ ਸਕਦੇ ਕਿਉਂਕਿ 5 ਬੌਂਡ ਨੇ, 10 ਇਲੈਕਟ੍ਰੋਨ ਹੋ ਗਏ। ਠੀਕ ਹੈ, ਆਪਾਂ ਸਿਰਫ ਆਊਟਰ ਮੋਸਟ ਵਾਲੇ ਗਿਣਨੇ, 1s, ਇਹ ਬੰਦ ਹੋ ਗਿਆ ਸ਼ੈਲ, 2s ਅਤੇ 2p, 2s ਦੇ ਵਿੱਚ 2, 2p 'ਚ 6। ਠੀਕ ਹੈ, ਟੋਟਲ ਹੋ ਗਏ 8, ਤਾਂ ਮੈਕਸੀਮਮ ਇਹਨਾਂ ਦੇ ਵਿੱਚ 8 ਇਲੈਕਟ੍ਰੋਨਸ ਆ ਸਕਦੇ। ਮੈਨੂੰ ਲੱਗਦਾ ਮੈਂ ਪਹਿਲਾਂ 10 ਕਹਿ ਗਿਆ ਸੀ ਨਾ, ਤਾਂ ਉਹ ਚੀਜ਼ ਦਾ ਧਿਆਨ ਰੱਖਿਓ ਵੀ 8 ਹੀ ਹੋਣਗੇ, ਉੱਥੇ 10 ਨਹੀਂ ਹੋਣੇ। ਉਸ ਤੋਂ ਬਾਅਦ ਆਲ ਦਾ ਕੰਟਰੀਬਿਊਟਿੰਗ ਸਟਰਕਚਰਸ ਮਸਟ ਹੈਵ ਸੇਮ ਐਨਰਜੀ ਐਂਡ ਸਟੇਬਿਲਿਟੀ, ਸਾਰੇ ਦੇ ਸਾਰੇ ਕੰਟਰੀਬਿਊਟਿੰਗ ਸਟਰਕਚਰਸ ਨੇ ਜਿਹੜੇ, ਉਹਨਾਂ ਦੀ ਐਨਰਜੀ ਅਤੇ ਸਟੇਬਿਲਿਟੀ ਹੈ ਜਿਹੜੀ ਉਹ ਸੇਮ ਹੋਣੀ ਚਾਹੀਦੀ ਹੈ, ਮਤਲਬ ਸੇਮ ਐਨਰਜੀ ਹੋਣੀ ਚਾਹੀਦੀ ਹੈ ਸਾਰਿਆਂ ਦੀ, ਅਤੇ ਇਕੁਅਲੀ ਸਟੇਬਲ ਹੋਣੇ ਚਾਹੀਦੇ ਨੇ। ਇੱਦਾਂ ਨਹੀਂ ਕੋਈ ਵੱਧ ਸਟੇਬਲ ਹੈ ਕੋਈ ਘੱਟ ਸਟੇਬਲ ਹੈ। ਅੱਛਾ, ਜੇ ਇਹ ਚੀਜ਼ ਆ ਵੀ ਜਾਂਦੀ ਹੈ, ਕਈ ਥਾਵਾਂ 'ਤੇ ਤੁਹਾਨੂੰ ਇਹ ਚੀਜ਼ ਦੇਖਣ ਨੂੰ ਵੀ ਮਿਲੂਗੀ ਵੀ ਕੋਈ ਘੱਟ ਸਟੇਬਲ ਹੈ ਕੋਈ ਵੱਧ ਸਟੇਬਲ ਹੈ, ਆਪਾਂ ਅੱਗੇ ਡਿਸਕਸ ਕਰਾਂਗੇ ਕਿਵੇਂ ਨੇ। ਉਹਦੇ ਵਿੱਚ ਕੀ ਹੋਊਗਾ, ਜਿਹੜਾ ਵੱਧ ਸਟੇਬਲ ਹੈ ਉਹ ਰੈਜ਼ੋਨੈਂਸ ਹਾਈਬ੍ਰਿਡ ਹੈ ਜਿਹੜਾ ਉਹਨੂੰ ਵੱਧ ਕੰਟਰੀਬਿਊਟ ਕਰੂਗਾ, ਜਿਹੜਾ ਘੱਟ ਸਟੇਬਲ ਹੈ ਉਹ ਘੱਟ ਕੰਟਰੀਬਿਊਟ ਕਰੂਗਾ। ਠੀਕ ਹੈ, ਉਹਦੇ ਵਿੱਚ ਕੰਟਰੀਬਿਊਸ਼ਨ ਕਿਵੇਂ ਹੋਊਗੀ ਉਹ ਆਪਾਂ ਹੁਣ ਦੇਖਦੇ ਹਾਂ। ਨੈਕਸਟ ਹੈ ਆਪਣੇ ਕੋਲ ਰਿਲੇਟਿਵ ਸਟੇਬਿਲਿਟੀ ਆਫ ਕੰਟਰੀਬਿਊਟਿੰਗ ਸਟਰਕਚਰਸ। ਠੀਕ ਹੈ, ਹੁਣ ਇੱਥੇ ਕੀ ਹੈਗਾ, ਜ਼ਿਆਦਾਤਰ ਕੇਸਿਸ ਦੇ ਵਿੱਚ ਕੰਟਰੀਬਿਊਟਿੰਗ ਸਟਰਕਚਰਸ ਨੇ ਜਿਹੜੇ ਇਕੁਅਲੀ ਸਟੇਬਲ ਨੇ। ਠੀਕ ਹੈ, ਪਰ ਕਈ ਕੇਸਿਸ ਦੇ ਵਿੱਚ ਕੀ ਹੁੰਦਾ, ਇਕੁਅਲੀ ਸਟੇਬਲ ਨਹੀਂ ਹੁੰਦੇ, ਤਾਂ ਉੱਥੇ ਕਿਹੜਾ ਵੱਧ ਸਟੇਬਲ ਹੈ ਕਿਹੜਾ ਘੱਟ ਸਟੇਬਲ ਆਪਾਂ ਨੂੰ ਕੀ ਪਤਾ ਲੱਗੂਗਾ। ਤਾਂ ਉਹਦੇ ਲਈ ਕੁਛ ਕੁ
ਆਪਣੇ ਕੋਲੇ ਰੂਲਸ ਨੇ, ਉਹ ਜਿਹੜੇ ਰੂਲਸ ਨੇ ਉਹ ਆਪਾਂ 1 ਬਾਏ 1 ਹੁਣ ਡਿਸਕਸ ਕਰਦੇ ਹਾਂ। ਹੁਣ ਪਹਿਲਾ ਜਿਹੜਾ ਰੂਲ ਹੈ ਉਹ ਕੀ ਹੈ, ਗ੍ਰੇਟਰ ਦਾ ਨੰਬਰ ਆਫ ਕੋਵਲੈਂਟ ਬੌਂਡਸ ਸਟੇਬਲ ਇਜ਼ ਦਾ ਸਟਰਕਚਰ। ਠੀਕ ਹੈ, ਜਿੰਨੇ ਨੰਬਰ ਆਫ ਕੋਵਲੈਂਟ ਬੌਂਡਸ ਵੱਧ ਹੋਣਗੇ ਉਹਨਾਂ ਸਟਰਕਚਰ ਜ਼ਿਆਦਾ ਸਟੇਬਲ ਹੋਊਗਾ। ਜਿਵੇਂ ਆਹ ਦੋ ਦੇਖੋ, ਹੁਣ ਆਪਣੇ ਕੋਲ ਇਹਦੇ ਵਿੱਚ 1 2 3 4 5 ਬੌਂਡ ਨੇ, ਇਹਦੇ ਵਿੱਚ 1 2 3 4 ਬੌਂਡ ਨੇ। ਠੀਕ ਹੈ, ਇੱਥੇ 4 ਬੌਂਡ ਨੇ, ਇੱਥੇ 5 ਬੌਂਡ ਨੇ, ਤਾਂ ਜ਼ਿਆਦਾ ਸਟੇਬਲ ਹੋਊਗਾ, ਆਹ ਲੈਸ ਸਟੇਬਲ ਹੋਊਗਾ। ਪਹਿਲਾ ਰੂਲ ਹੋ ਗਿਆ। ਉਸ ਤੋਂ ਬਾਅਦ ਦੂਸਰਾ ਰੂਲ ਹੈ ਜਿਹੜਾ ਉਹ ਕੀ ਹੈ, ਵੈਨ ਪੋਜ਼ੀਟਿਵ ਐਂਡ ਨੈਗੇਟਿਵ ਚਾਰਜਸ ਆਰ ਸੈਪਰੇਟਡ ਦਾ ਸਟਰਕਚਰ ਬਿਕਮਸ ਲੈਸ ਸਟੇਬਲ। ਫਾਰ ਐਗਜ਼ਾਮਪਲ, ਜਦੋਂ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਸੈਪਰੇਟ ਹੋ ਜਾਣਗੇ, ਮਤਲਬ ਇਕੱਲਾ ਨੈਗੇਟਿਵ ਰਹੇ ਕੋਈ ਚੱਕਰ ਨਹੀਂ, ਇਕੱਲਾ ਪੋਜ਼ੀਟਿਵ ਰਹੇ ਕੋਈ ਚੱਕਰ ਨਹੀਂ, ਪਰ ਜਦੋਂ ਪੋਜ਼ੀਟਿਵ ਵੀ ਆ ਗਿਆ ਨੈਗੇਟਿਵ ਵੀ ਆ ਗਿਆ। ਠੀਕ ਹੈ, ਹੁਣ ਆਪਾਂ ਪੋਜ਼ੀਟਿਵ ਇਹਦੇ ਵਿੱਚ ਹੁੰਦਾ ਕਿ ਆਪਾਂ ਪੋਜ਼ੀਟਿਵ ਅਤੇ ਨੈਗੇਟਿਵ ਨੂੰ ਮਿਲਾ ਕੇ ਠੀਕ ਹੈ ਖ਼ਤਮ ਕਰ ਸਕਦੇ ਹਾਂ। ਪਰ ਜਦੋਂ ਪੋਜ਼ੀਟਿਵ ਚਾਰਜ ਅੱਡ ਪਿਆ, ਨੈਗੇਟਿਵ ਚਾਰਜ ਅੱਡ ਪਿਆ, ਤਾਂ ਉਹ ਸਟਰਕਚਰ ਹੈ ਜਿਹੜਾ ਉਹ ਘੱਟ ਸਟੇਬਲ ਹੋ ਜਾਊਗਾ। ਇਕੱਲਾ ਪੋਜ਼ੀਟਿਵ ਆ ਜਾਏ, ਇਕੱਲਾ ਨੈਗੇਟਿਵ ਆ ਜਾਏ, ਉਹਦਾ ਕੋਈ ਚੱਕਰ ਨਹੀਂ, ਉਹਦਾ ਆਪਾਂ ਕੁਛ ਕਰ ਨਹੀਂ ਸਕਦੇ। ਠੀਕ ਹੈ, ਪਰ ਜਦੋਂ ਪੋਜ਼ੀਟਿਵ ਅਤੇ ਨੈਗੇਟਿਵ ਦੋਨੇ ਪ੍ਰੈਜ਼ੈਂਟ ਨੇ, ਉਹ ਨਹੀਂ ਹੋਣੇ ਚਾਹੀਦੇ, ਤਾਂ ਉਹ ਜਿਹਦਾ ਸਟਰਕਚਰ ਲੈਸ ਸਟੇਬਲ ਹੋਊਗਾ। ਜਿਵੇਂ ਫਾਰ ਐਗਜ਼ਾਮਪਲ ਆਹ ਦੇਖਦੇ ਹਾਂ, ਇਹਦੇ ਵਿੱਚ ਹੁੰਦਾ ਕਿ ਆਪਾਂ ਪਹਿਲਾਂ ਵੀ ਕੀਤਾ, ਆਹ ਇਲੈਕਟ੍ਰੋਨਸ ਇੱਥੇ ਚਲੇ ਜਾਂਦੇ, ਆਹ ਇਲੈਕਟ੍ਰੋਨਸ ਇੱਥੇ ਚਲੇ ਜਾਂਦੇ, ਤਾਂ ਇੱਥੇ ਆ ਜਾਂਦਾ ਪੋਜ਼ੀਟਿਵ, ਇੱਥੇ ਆ ਜਾਂਦਾ ਨੈਗੇਟਿਵ। ਜਦ ਕਿ ਇਹ ਦੋਨੇ ਨਹੀਂ ਹੋ ਸਕਦੇ, ਜਦੋਂ ਨਹੀਂ ਹੈਗੇ ਇਹਦੇ ਵਿੱਚ ਹੈ ਨਹੀਂਗੇ। ਠੀਕ ਹੈ, ਇਹਦੇ ਵਿੱਚ ਜਦੋਂ ਨਹੀਂ ਹੈਗੇ ਤਾਂ ਫਿਰ ਵੀ ਤਾਂ ਇਹ ਜ਼ਿਆਦਾ ਸਟੇਬਲ ਹੈ, ਫਿਰ ਵੀ ਤਾਂ ਪਿਆ ਹੀ ਸੀਗਾ ਇਹ। ਠੀਕ ਹੈ, ਇਹਨੂੰ ਅਲੱਗ-ਅਲੱਗ ਕਰਨ ਦੀ ਕੀ ਲੋੜ ਸੀ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਨੂੰ, ਤਾਂ ਕਰਕੇ ਇਹ ਜਿਹੜਾ ਸਟਰਕਚਰ ਹੈ ਇਹ ਲੈਸ ਸਟੇਬਲ ਬਣ ਜਾਂਦਾ, ਅਤੇ ਜਿਹੜਾ ਇਹ ਸਟਰਕਚਰ ਹੈ ਇਹ ਮੋਰ ਸਟੇਬਲ ਹੋ ਜਾਂਦਾ। ਇਹਦੇ ਵਿੱਚ ਕੋਈ ਵੀ ਚਾਰਜ ਸੈਪਰੇਸ਼ਨ ਨਹੀਂ ਹੈਗੀ, ਇੱਥੇ ਚਾਰਜ ਦੀ ਸੈਪਰੇਸ਼ਨ ਜਿਹੜੀ ਹੈ ਉਹ ਹੈਗੀ ਹੈ। ਠੀਕ ਹੈ, ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ, ਜਿਹੜੇ ਆ ਮੈਂ ਐਰੋ ਯੂਜ਼ ਕਰ ਰਿਹਾ ਨਾ ਆਹ ਵਾਲੇ, ਇਹਨਾਂ ਦੇ ਵਿੱਚ ਇਹ ਵੈਸੇ ਅਗਲੇ ਚੈਪਟਰ ਦੇ ਵਿੱਚ ਆਪਾਂ ਨੂੰ ਆਉਣਗੇ। ਮੈਂ ਜਿਹੜੀ ਬੇਸਿਕ ਵਾਲੀਆਂ ਵੀਡੀਓ ਕਹੀਆਂ ਸ਼ਾਇਦ ਉਹਨਾਂ ਦੇ ਵਿੱਚ ਵੀ ਹੈਗਾ ਸੀਗਾ ਇਹ, ਪਰ ਫਿਰ ਵੀ ਮੈਂ ਦੱਸ ਦਿੰਦਾ ਵੀ ਐਰੋ ਹੈ ਜਿਹੜਾ ਉਹਦਾ ਇਹ ਧਿਆਨ ਰੱਖਣਾ ਵੀ ਇਲੈਕਟ੍ਰੋਨਸ ਜਿੱਥੋਂ ਚੱਕਣੇ ਆ ਉੱਥੇ ਐਰੋ ਦੀ ਟੇਲ ਰੱਖਣੀ ਆ, ਪੂਛ ਰੱਖਣੀ ਆ, ਅਤੇ ਜਿੱਥੇ ਇਲੈਕਟ੍ਰੋਨ ਲੈ ਕੇ ਜਾਣੇ ਆ ਆਪਾਂ ਉੱਥੇ ਐਰੋ ਦਾ ਹੈੱਡ ਰੱਖਣਾ। ਇਹ ਚੀਜ਼ ਦਾ ਧਿਆਨ ਰੱਖਿਓ। ਬੱਚੇ ਕੀ ਕਰਦੇ, ਉਲਟ ਬਣਾ ਦਿੰਦੇ ਆ। ਜਿਵੇਂ ਤੁਸੀਂ ਇੱਥੋਂ ਜੇ ਤੁਸੀਂ ਆਹ ਚੀਜ਼ ਬਣਾ ਦਿੰਦੇ ਹੋ, ਠੀਕ ਹੈ, ਅਗਲੇ ਸਟੈਪ 'ਚ ਜਾ ਕੇ ਬੌਂਡ ਇੱਥੇ ਡਬਲ ਕਰੀ ਜਾਂਦੇ ਹੋ, ਠੀਕ ਹੈ, ਤਾਂ ਉਹ ਚੀਜ਼ ਗਲਤ ਹੋ ਜੂਗੀ। ਐਰੋ ਦਾ ਹੈੱਡ ਜਿੱਧਰ ਨੂੰ ਆ, ਇਲੈਕਟ੍ਰੋਨਸ ਉੱਧਰ ਜਾਣਗੇ ਟੇਲ ਤੋਂ ਲੈ ਕੇ। ਠੀਕ ਹੈ, ਤਾਂ ਇੱਦਾਂ ਦੀ ਗਲਤੀ ਨਹੀਂ ਕਰਨੀ, ਇਹ ਚੀਜ਼ ਦਾ ਧਿਆਨ ਰੱਖਿਓ। ਠੀਕ ਹੈ, ਐਰੋ ਜਿਹੜਾ ਹੈ ਉਹ ਸਹੀ ਬਣਾਉਣਾ। ਐਰੋ ਦੇ ਨੰਬਰ ਹੁੰਦੇ ਆ, ਮਕੈਨਿਜ਼ਮ ਆਉਣਗੇ ਅੱਗੇ ਤੁਹਾਨੂੰ, ਐਰੋਜ਼ ਦੇ ਨੰਬਰ ਨੇ, ਤਾਂ ਐਰੋਜ਼ ਧਿਆਨ ਨਾਲ ਪਾਇਓ। ਨੈਕਸਟ ਹੈਗਾ ਐਟਮ ਵਿਦ ਗ੍ਰੇਟਰ ਇਲੈਕਟ੍ਰੋਨੈਗੇਟਿਵਿਟੀ। ਜਿਹੜੇ ਐਟਮ ਦੀ ਇਲੈਕਟ੍ਰੋਨੈਗੇਟਿਵਿਟੀ ਵੱਧ ਹੈ, ਜਦੋਂ ਉਹ 'ਤੇ ਨੈਗੇਟਿਵ ਚਾਰਜ ਹੋਊਗਾ ਤਾਂ ਉਹ ਸਟੇਬਲ ਹੋਊਗਾ ਸਟਰਕਚਰ। ਜਿਹੜੇ ਸਟਰਕਚਰ 'ਚ ਉੱਤੇ ਪੋਜ਼ੀਟਿਵ ਚਾਰਜ ਆ ਜਾਊਗਾ ਉਹ ਸਟਰਕਚਰ ਹੈ ਜਿਹੜਾ ਉਹ ਘੱਟ ਸਟੇਬਲ ਹੋ ਜਾਊਗਾ। ਜਿਵੇਂ ਫਾਰ ਐਗਜ਼ਾਮਪਲ RCR ਡਬਲ ਬੌਂਡ O, ਇਹਦੇ ਵਿੱਚ ਕੀ ਹੈ, ਦੋ ਤਰ੍ਹਾਂ ਦੀ ਜਿਹੜੀ ਹੈ ਬੌਂਡ ਫਿਊਜ਼ਨ ਹੋ ਸਕਦੀ ਹੈ। ਇੱਕ ਵਾਰੀ ਆਹ ਬੌਂਡ ਟੁੱਟਿਆ, ਇਲੈਕਟ੍ਰੋਨ ਇਹਦੇ ਕੋਲੇ ਆ ਗਏ, ਠੀਕ ਹੈ, ਇੱਥੇ ਆ ਗਿਆ ਨੈਗੇਟਿਵ ਚਾਰਜ, ਇੱਥੇ ਆ ਗਿਆ ਪੋਜ਼ੀਟਿਵ ਚਾਰਜ। ਦੂਸਰੀ ਵਾਰੀ ਆਹ ਬੌਂਡ ਟੁੱਟਿਆ, ਇਲੈਕਟ੍ਰੋਨ ਇਹਦੇ ਕੋਲੇ ਚਲੇ ਗਏ, ਇੱਥੇ ਆ ਗਿਆ ਨੈਗੇਟਿਵ ਚਾਰਜ, ਇੱਥੇ ਆ ਗਿਆ ਪੋਜ਼ੀਟਿਵ ਚਾਰਜ। ਦੇਖੋ ਇਹਦੇ ਕੋਲੇ ਇਲੈਕਟ੍ਰੋਨ ਆਏ ਤਾਂ ਨੈਗੇਟਿਵ ਚਾਰਜ, ਇੱਥੇ ਪੋਜ਼ੀਟਿਵ, ਇਹਦੇ ਕੋਲੇ ਇਲੈਕਟ੍ਰੋਨ ਗਏ, ਇੱਥੇ ਨੈਗੇਟਿਵ, ਇੱਥੇ ਪੋਜ਼ੀਟਿਵ। ਠੀਕ ਹੈ, ਹੁਣ ਇਹਨਾਂ ਦੋਨਾਂ 'ਚੋਂ ਇਲੈਕਟ੍ਰੋਨੈਗੇਟਿਵ ਕਿਹੜਾ, ਆਕਸੀਜਨ। ਠੀਕ ਹੈ, ਹੁਣ ਇੱਥੇ ਆਕਸੀਜਨ ਦੇ ਨੈਗੇਟਿਵ ਚਾਰਜ ਹੈ, ਇੱਥੇ ਆਕਸੀਜਨ ਦੇ ਪੋਜ਼ੀਟਿਵ ਚਾਰਜ ਹੈ, ਤਾਂ ਆਹ ਜਿਹੜਾ ਹੈ ਇਹ ਲੀਸਟ ਸਟੇਬਲ, ਸਭ ਤੋਂ ਘੱਟ ਸਟੇਬਲ, ਲੈਸਰ ਲੀਸਟ ਹੁੰਦਾ ਹੈ ਨਾ ਆਪਣੇ ਕੋਲ, ਮਤਲਬ ਲੀਸਟ ਸਭ ਤੋਂ ਘੱਟ ਸਟੇਬਲ, ਮੋਸਟ ਮਤਲਬ ਸਭ ਤੋਂ ਵੱਧ। ਆਹ ਸਭ ਤੋਂ ਵੱਧ ਸਟੇਬਲ ਹੈ ਕਿਉਂਕਿ ਕੋਈ ਚਾਰਜ ਸੈਪਰੇਸ਼ਨ ਨਹੀਂ ਹੈਗੀ। ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਦੋਂ ਦੇਖਦੇ ਹਾਂ ਤਾਂ 3 ਬੌਂਡ ਨੇ, ਇਹ 'ਚ ਵੀ 3 ਬੌਂਡ ਨੇ, ਇੱਥੇ ਵਿੱਚ 4 ਬੌਂਡ ਨੇ। ਤਾਂ ਪਹਿਲਾ ਰੂਲ ਕੀ ਕਹਿੰਦਾ, ਜਿੰਨੇ ਕੋਵਲੈਂਟ ਬੌਂਡ ਜ਼ਿਆਦਾ ਹੋਣਗੇ ਉਹਨਾਂ ਜ਼ਿਆਦਾ ਸਟੇਬਲ ਹੋਊਗਾ। ਤਾਂ ਇਹ ਕੋਵਲੈਂਟ ਬੌਂਡ ਵਾਲੇ ਰੂਲ ਦੇ ਹਿਸਾਬ ਨਾਲ ਵੀ ਸਟੇਬਲ ਹੈ, ਚਾਰਜ ਸੈਪਰੇਸ਼ਨ ਵੀ ਕੋਈ ਨਹੀਂ ਹੈਗੀ। ਉਸ ਤੋਂ ਬਾਅਦ ਇਹ ਤਾਂ ਰੂਲ ਚਲੋ ਆਪਾਂ ਕਰਨਾ ਹੀ ਕੀ ਹੈ, ਇੱਥੇ ਤਾਂ ਜਦੋਂ ਚਾਰਜ ਸੈਪਰੇਟ ਹੀ ਨਹੀਂ ਹੋਇਆ ਤਾਂ ਨੈਗੇਟਿਵ ਪੋਜ਼ੀਟਿਵ ਦਾ ਮਤਲਬ ਹੀ ਨਹੀਂ ਬਣਦਾ। ਠੀਕ ਹੈ, ਤਾਂ ਸਭ ਤੋਂ ਜ਼ਿਆਦਾ ਸਟੇਬਲ ਹੈ। ਆਹ ਉਸ ਤੋਂ ਘੱਟ ਸਟੇਬਲ ਹੈ, ਸਭ ਤੋਂ ਘੱਟ ਸਟੇਬਲ ਹੈ। ਉਸ ਤੋਂ ਘੱਟ ਕਿਉਂ ਸਟੇਬਲ ਹੈ, ਕਿਉਂਕਿ ਚਾਰਜ ਸੈਪਰੇਟ ਹੋ ਜਾਂਦਾ ਪਹਿਲਾਂ ਤਾਂ। ਠੀਕ ਹੈ, ਤਾਂ ਇਹਦੀ ਸਟੇਬਿਲਿਟੀ ਇਹਦੇ ਨਾਲੋਂ ਘੱਟ ਗਈ। ਉਸ ਤੋਂ ਬਾਅਦ ਇੱਥੇ ਚਾਰਜ ਨੈਗੇਟਿਵ ਚਾਰਜ ਹੈ ਜਿਹੜਾ ਇਲੈਕਟ੍ਰੋਨੈਗੇਟਿਵ 'ਤੇ ਆ, ਇੱਥੇ ਨੈਗੇਟਿਵ ਚਾਰਜ ਹੈ ਜਿਹੜਾ ਉਹ ਘੱਟ ਇਲੈਕਟ੍ਰੋਨੈਗੇਟਿਵ 'ਤੇ ਆ, ਤਾਂ ਆਹ ਘੱਟ ਸਟੇਬਲ ਹੈ ਇਹਦੇ ਕੰਪੈਰੇਟਿਵਲੀ, ਜ਼ਿਆਦਾ ਉਸ ਤੋਂ ਘੱਟ, ਸਭ ਤੋਂ ਘੱਟ। ਠੀਕ ਹੈ, ਨੈਕਸਟ ਹੈ ਆਪਣੇ ਕੋਲ ਦਾ ਸਟਰਕਚਰਸ ਹੈਵਿੰਗ ਲਾਈਕ ਚਾਰਜਸ ਔਨ ਐਡਜੈਸੈਂਟ ਐਟਮਸ ਆਰ ਵੈਰੀ ਅਨਸਟੇਬਲ। ਇਹੋ ਜਿਹੇ ਸਟਰਕਚਰਸ ਜਿਨ੍ਹਾਂ ਦੇ ਵਿੱਚ ਨਾਲ ਵਾਲੇ ਐਟਮਸ ਦੇ ਉੱਪਰ ਸੇਮ ਚਾਰਜ ਹੋਊਗਾ, ਮਤਲਬ ਨੈਗੇਟਿਵ ਹੋਵੇ ਜਾਂ ਪੋਜ਼ਿਟਿਵ ਹੋਵੇ, ਉਹ ਬਹੁਤ ਜ਼ਿਆਦਾ ਅਨਸਟੇਬਲ ਹੋ ਜਾਂਦੇ ਆ ਅਤੇ ਡਿਸੋਸ਼ੀਏਟ ਹੋ ਜਾਂਦੇ ਆ ਜਾਂ ਫਿਰ ਡਿਕੰਪੋਜ਼ ਹੋ ਜਾਂਦੇ ਆ। ਠੀਕ ਹੈ, ਜਿਵੇਂ RC ਡਬਲ ਬੌਂਡ O, C ਡਬਲ ਬੌਂਡ O R। ਠੀਕ ਹੈ, ਹੁਣ ਇਹਦੇ ਵਿੱਚ ਕੀ ਹੋਊਗਾ, ਦੋਨੇ ਕਾਰਬਨਸ ਨੇ ਆਪਦੇ ਬੌਂਡ ਤੋੜ ਕੇ ਆਕਸੀਜਨ ਨੂੰ ਦੇ ਦਿੱਤੇ। ਠੀਕ ਹੈ, ਇਲੈਕਟ੍ਰੋਨ, ਤਾਂ ਕਾਰਬਨਾਂ 'ਤੇ ਕੀ ਆ ਗਿਆ, ਪੋਜ਼ੀਟਿਵ ਚਾਰਜ। ਠੀਕ ਹੈ, ਆਕਸੀਜਨਾਂ 'ਤੇ ਕੀ ਆ ਗਿਆ, ਨੈਗੇਟਿਵ ਚਾਰਜ। ਹੁਣ ਚਾਹੇ ਤੁਸੀਂ ਆਹ ਦੋਨੇ ਆਕਸੀਜਨਾਂ ਦੇਖ ਲਓ, ਇਹ ਵੀ ਨਾਲ ਪਈਆਂ ਨੇ, ਦੋਨਾਂ 'ਤੇ ਨੈਗੇਟਿਵ ਚਾਰਜ। ਚਾਹੇ ਤੁਸੀਂ ਦੋਨੇ ਕਾਰਬਨਾਂ ਦੇਖ ਲਓ, ਇੱਥੇ ਵੀ ਦੋਨਾਂ 'ਤੇ ਪੋਜ਼ੀਟਿਵ ਚਾਰਜ ਹੈ। ਤਾਂ ਆਪਾਂ ਨੂੰ ਪਤਾ ਲਾਈਕ ਚਾਰਜਸ ਰਿਪੈਲ ਈਚ ਅਦਰ, ਆਹ ਵੀ ਇੱਕ ਦੂਸਰੇ ਨੂੰ ਰਿਪੈਲ ਕਰਨਗੇ, ਆਹ ਵੀ ਇੱਕ ਦੂਸਰੇ ਨੂੰ ਰਿਪੈਲ ਕਰਨਗੇ। ਜਦੋਂ ਰਿਪੈਲ ਕਰਨਗੇ ਤਾਂ ਜਾਂ ਤਾਂ ਇਹ ਟੁੱਟ ਜੂਗਾ, ਠੀਕ ਹੈ, ਜਾਂ ਤਾਂ ਇਹ ਬਿਲਕੁਲ ਹੀ ਟੁੱਟ ਜੂਗਾ, ਜਾਂ ਫਿਰ ਬਹੁਤ ਜ਼ਿਆਦਾ, ਜਾਂ ਫਿਰ ਇਹ ਟਿਲਟ ਹੋ ਜੂਗਾ, ਮਤਲਬ ਇੱਦਾਂ ਘੁੰਮ ਜੂਗਾ। ਆਹ
ਆਹ ਇੱਦਾਂ ਜਿਹੜਾ ਇਹ ਐਂ ਹੋ ਜਾਊਗਾ, ਠੀਕ ਹੈ। ਤਾਂ ਇਹਦੇ ਵਿੱਚ ਸਟਰਕਚਰ ਦੇ ਵਿੱਚ ਖਰਾਬੀਆਂ ਆ ਜਾਣੀਆਂ। ਨੈਕਸਟ ਜੋ ਹੈ ਆਪਣੇ ਕੋਲੇ ਅਗਲਾ ਟੌਪਿਕ ਉਹ ਆ ਜਾਂਦਾ ਆਪਣਾ ਅਸਲ ਟੌਪਿਕ ਜੋ ਹੈ ਰੈਜ਼ੋਨੈਂਸ ਇਫੈਕਟ। ਹੁਣ ਰੈਜ਼ੋਨੈਂਸ ਇਫੈਕਟ ਹੈ ਕੀ ਹੈ? ਵੈਨ ਦ ਇਲੈਕਟ੍ਰੋਨਸ ਇਨ ਅ ਮੋਲੀਕਿਊਲ ਆਰ ਪਰਮਾਨੈਂਟਲੀ ਡਿਸਪਲੇਸਡ ਫਰੋਮ ਦੇਅਰ ਪੋਜੀਸ਼ਨਸ, ਜਦੋਂ ਕਿਸੇ ਵੀ ਮੋਲੀਕਿਊਲ ਦੇ ਵਿੱਚ ਇਲੈਕਟ੍ਰੋਨਸ ਨੇ ਜਿਹੜੇ ਉਹ ਪਰਮਾਨੈਂਟਲੀ ਪੱਕੇ ਤੌਰ 'ਤੇ ਆਪਣੀਆਂ ਪੋਜੀਸ਼ਨਾਂ ਤੋਂ ਡਿਸਪਲੇਸ ਹੋ ਜਾਂਦੇ ਆ, ਉਸ ਟਾਈਮ 'ਤੇ ਜਿਹੜਾ ਇਫੈਕਟ ਲੱਗਦਾ ਉਸ ਇਫੈਕਟ ਨੂੰ ਕਹਿੰਦੇ ਆਪਾਂ ਰੈਜ਼ੋਨੈਂਸ ਇਫੈਕਟ ਜਾਂ ਫਿਰ ਮੈਜ਼ੋਮੈਰਿਕ ਇਫੈਕਟ। ਅੱਛਾ, ਜਿਹੜੀ ਇਹ ਡਿਸਪਲੇਸਮੈਂਟ ਹੁੰਦੀ ਹੈ ਕਿਹਦੇ ਕਰਕੇ ਹੁੰਦੀ ਹੈ? ਰੈਜ਼ੋਨੈਂਸ ਕਰਕੇ। ਰੈਜ਼ੋਨੈਂਸ ਕੀ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਜਦੋਂ ਇੱਕ ਤੋਂ ਵੱਧ ਸਟਰਕਚਰਸ ਹੁੰਦੇ ਆ ਕਿਸੇ ਵੀ ਮੋਲੀਕਿਊਲ ਦੇ ਜਾਂ ਕਿਸੇ ਕੰਪਾਊਂਡ ਦੇ, ਤਾਂ ਉਸ ਚੀਜ਼ ਨੂੰ ਕੀ ਕਹਿੰਦੇ ਆ ਆਪਾਂ? ਰੈਜ਼ੋਨੈਂਸ, ਠੀਕ ਹੈ। ਇੱਕ ਤੋਂ ਵੱਧ ਸਟਰਕਚਰ ਜਿਹੜੇ ਇੱਕ ਦੂਸਰੇ 'ਚ ਇੰਟਰ ਕਨਵਰਟ ਹੁੰਦੇ ਰਹਿੰਦੇ ਨੇ, ਕਿਵੇਂ? ਯੂਜ਼ ਆਫ ਕਰਵਡ ਨੋਟੇਸ਼ਨ, ਕਰਵਡ ਐਰੋ ਦੇ ਯੂਜ਼ ਦੇ ਨਾਲ। ਆਪਾਂ ਕਰਵਡ ਐਰੋ ਨਾਲ ਇਲੈਕਟ੍ਰੋਨਸ ਇੱਕ ਪੋਜੀਸ਼ਨ ਤੋਂ ਦੂਸਰੀ ਪੋਜੀਸ਼ਨ 'ਤੇ ਭੇਜ ਦਿੰਦੇ ਹਾਂ ਅਤੇ ਇੱਕ ਤੋਂ ਦੂਸਰਾ ਸਟਰਕਚਰ ਜਿਹੜਾ ਹੈ ਉਹ ਬਣ ਜਾਂਦਾ, ਠੀਕ ਹੈ। ਅਤੇ ਇਲੈਕਟ੍ਰੋਨਸ ਜਿਹੜੇ ਨੇ ਮੋਲੀਕਿਊਲ ਦੇ ਉਹ ਪਰਮਾਨੈਂਟਲੀ ਡਿਸਪਲੇਸ ਹੋ ਜਾਂਦੇ ਆ ਆਪਦੀਆਂ ਪੋਜੀਸ਼ਨਾਂ ਤੋਂ ਰੈਜ਼ੋਨੈਂਸ ਕਰਕੇ। ਉਸ ਟਾਈਮ 'ਤੇ ਜਿਹੜਾ ਇਫੈਕਟ ਲੱਗਦਾ ਉਸਨੂੰ ਕਹਿੰਦੇ ਰੈਜ਼ੋਨੈਂਸ ਇਫੈਕਟ ਜਾਂ ਫਿਰ ਮੈਜ਼ੋਮੈਰਿਕ ਇਫੈਕਟ, ਠੀਕ ਹੈ। ਇਹਨੂੰ ਆਪਾਂ ਕੈਪੀਟਲ ਆਰ ਜਾਂ ਕੈਪੀਟਲ ਐਮ ਦੇ ਨਾਲ ਜਿਹੜਾ ਹੈ ਉਹ ਨੋਟ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹਦੇ ਵਿੱਚ ਹੋਊਗਾ ਕਿ ਸਿਰਫ ਪਾਈ ਇਲੈਕਟ੍ਰੋਨਸ ਨੇ ਜਿਹੜੇ ਉਹਨਾਂ ਦਾ ਕੰਪਲੀਟ ਪਾਈ ਇਲੈਕਟ੍ਰੋਨਸ ਅਤੇ ਲੋਨ ਪੇਅਰ ਵਾਲੇ ਇਲੈਕਟ੍ਰੋਨਸ ਨੇ ਜਿਹੜੇ ਉਹੀ ਕੰਪਲੀਟਲੀ ਟਰਾਂਸਫਰ ਹੋਣਗੇ। ਕਦੋਂ ਟਰਾਂਸਫਰ ਹੋਣਗੇ? ਜਦੋਂ ਕੋਈ ਵੀ ਗਰੁੱਪ ਹੈ ਜਿਹੜਾ ਉਹ ਕਾਰਬਨ ਕਾਰਬਨ ਡਬਲ ਬੌਂਡ ਜਾਂ ਕਾਰਬਨ ਕਾਰਬਨ ਟ੍ਰਿਪਲ ਬੌਂਡ, ਮਤਲਬ ਅਨਸੈਚੂਰੇਟਡ ਕਾਰਬਨ ਸੈਂਟਰ ਦੇ ਨਾਲ ਕੰਜੂਗੇਸ਼ਨ ਦੇ ਵਿੱਚ ਹੋਊਗਾ, ਠੀਕ ਹੈ। ਮਤਲਬ ਇੱਕ ਛੱਡ ਕੇ ਹੋਊਗਾ, ਇੱਕ ਗਰੁੱਪ ਹੈ ਨਾਲ ਕਾਰਬਨ ਕਾਰਬਨ ਡਬਲ ਜਾਂ ਟ੍ਰਿਪਲ ਬੌਂਡ ਹੈ, ਠੀਕ ਹੈ। ਮਤਲਬ ਗਰੁੱਪ ਜਿਹੜਾ ਹੈ ਉਹ ਇਲੈਕਟ੍ਰੋਨਸ ਜਾਂ ਤਾਂ ਕਾਰਬਨ ਚੇਨ ਨੂੰ ਦੇ ਰਿਹਾ, ਠੀਕ ਹੈ, ਜਾਂ ਫਿਰ ਕਾਰਬਨ ਚੇਨ ਤੋਂ ਇਲੈਕਟ੍ਰੋਨਸ ਲੈ ਰਿਹਾ, ਠੀਕ ਹੈ। ਤਾਂ ਇਹਨਾਂ ਦੋਨਾਂ 'ਚੋਂ ਕੋਈ ਵੀ ਚੀਜ਼ ਹੋ ਸਕਦੀ ਹੈ। ਤਾਂ ਉਹ ਅੱਗੇ ਆਪਾਂ ਪੜ੍ਹਦੇ ਹਾਂ। ਤਾਂ ਇਹ ਕੰਜੂਗੇਸ਼ਨ ਦੇ ਵਿੱਚ ਹੋਊਗਾ, ਜਿਹੜਾ ਵੀ ਗਰੁੱਪ ਹੋਊਗਾ ਕਾਰਬਨ ਕਾਰਬਨ ਅਨਸੈਚੂਰੇਟਡ ਸੈਂਟਰ ਦੇ ਨਾਲ, ਤਾਂ ਕਰਕੇ ਇਸ ਇਫੈਕਟ ਨੂੰ ਕੰਜੂਗੇਸ਼ਨ ਇਫੈਕਟ ਜਾਂ ਕੰਜੂਗੇਟਿਵ ਇਫੈਕਟ ਵੀ ਕਹਿ ਦਿੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਫਾਰ ਐਗਜ਼ਾਮਪਲ CH2 ਡਬਲ ਬੌਂਡ CH ਸਿੰਗਲ ਬੌਂਡ C ਡਬਲ ਬੌਂਡ OH, ਠੀਕ ਹੈ। ਇਹਦੇ ਵਿੱਚ ਕੀ ਹੋਊਗਾ? ਆਹ ਬੌਂਡ ਹੈ ਜਿਹੜਾ ਸਭ ਤੋਂ ਪਹਿਲਾਂ ਤਾਂ ਇੱਥੇ ਸ਼ਿਫਟ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਕਾਰਬਨ ਦੇ ਬਣ ਗਏ 5 ਕਾਰਬਨ, ਇੱਥੋਂ ਬੌਂਡ ਤੋੜ ਲਿਆ, ਇਹਦੇ ਕੋਲ ਚਲਾ ਗਿਆ ਆਹ, ਠੀਕ ਹੈ। ਮੈਂ ਪੈਨ ਨਾਲ ਹੀ ਬਣਾ ਦਿੰਦਾ। ਆਹ ਚੀਜ਼, ਠੀਕ ਹੈ। ਆਹ ਚੀਜ਼ ਤਾਂ ਆਕਸੀਜਨ 'ਤੇ ਆ ਗਿਆ ਨੈਗੇਟਿਵ ਚਾਰਜ, ਇਸ ਕਾਰਬਨ ਦੇ ਸਿਰਫ 2 ਤੇ 1 3 ਬੌਂਡ ਹੀ ਰਹਿ ਗਏ, ਤਾਂ ਇੱਥੇ ਕੀ ਬਣ ਗਿਆ? ਪੋਜ਼ੀਟਿਵ ਚਾਰਜ, ਠੀਕ ਹੈ। ਤਾਂ ਇਹ ਜਿਹੜੇ ਹੈਗੇ ਇਹਦੇ ਰੈਜ਼ੋਨੈਂਸਿੰਗ ਸਟਰਕਚਰਸ ਹੋ ਗਏ ਦੋਨੇ ਇੱਕ ਦੂਸਰੇ ਦੇ, ਠੀਕ ਹੈ। ਤਾਂ ਇਹ ਜਿਹੜਾ ਇਫੈਕਟ ਹੈ ਕੀ ਹੋਇਆ? ਰੈਜ਼ੋਨੈਂਸ ਇਫੈਕਟ। ਕਿਉਂਕਿ ਇਲੈਕਟ੍ਰੋਨਸ ਨੇ ਇਸ ਪੋਜੀਸ਼ਨ ਤੋਂ ਇੱਥੇ ਆ ਗਏ, ਇਸ ਪੋਜੀਸ਼ਨ ਤੋਂ ਇੱਥੇ ਚਲੇ ਗਏ, ਇਲੈਕਟ੍ਰੋਨਸ ਦੀਆਂ ਪੋਜੀਸ਼ਨਸ ਨੇ ਜਿਹੜੀਆਂ ਉਹ ਚੇਂਜ ਹੋ ਗਈਆਂ। ਹੁਣ ਟਾਈਪਸ ਆਫ ਰੈਜ਼ੋਨੈਂਸ ਇਫੈਕਟ। ਰੈਜ਼ੋਨੈਂਸ ਇਫੈਕਟ ਹੈ ਜਿਹੜਾ ਉਹ 2 ਤਰ੍ਹਾਂ ਦਾ ਹੁੰਦਾ ਆਪਣੇ ਕੋਲੇ। ਕਿਹੜੇ ਤਰ੍ਹਾਂ ਦਾ ਹੁੰਦਾ ਹੈਗਾ? ਹੁਣ ਜਿਵੇਂ ਇੰਡਕਟਿਵ ਇਫੈਕਟ ਹੁੰਦਾ। ਇੰਡਕਟਿਵ ਇਫੈਕਟ ਕੀ ਹੁੰਦਾ? ਇਲੈਕਟ੍ਰੋਨ ਵਿਦਡਰਾਇੰਗ ਅਤੇ ਇਲੈਕਟ੍ਰੋਨ ਰਿਲੀਜ਼ਿੰਗ, ਮਤਲਬ ਜਾਂ ਤਾਂ ਇਲੈਕਟ੍ਰੋਨ ਕਾਰਬਨ ਚੇਨ ਤੋਂ ਬਾਹਰ ਆਉਂਦੇ ਆ, ਵਿਦਡਰਾ ਕਰਦਾ ਗਰੁੱਪ, ਜਾਂ ਫਿਰ ਇਲੈਕਟ੍ਰੋਨਸ ਨੂੰ ਕਾਰਬਨ ਚੇਨ ਦੇ ਅੰਦਰ ਵਧਾਉਂਦਾ ਗਾ, ਕਾਰਬਨ ਚੇਨ ਦੇ ਅੰਦਰ ਡੋਨੇਟ ਕਰ ਦਿੰਦਾ, ਜਾਂ ਫਿਰ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਇਸੇ ਤਰ੍ਹਾਂ ਹੀ ਇਹ ਵੀ 2 ਤਰ੍ਹਾਂ ਦਾ ਹੁੰਦਾ, ਇਲੈਕਟ੍ਰੋਨ ਰਿਲੀਜ਼ਿੰਗ ਅਤੇ ਇਲੈਕਟ੍ਰੋਨ ਵਿਦਡਰਾਇੰਗ ਰੈਜ਼ੋਨੈਂਸ ਇਫੈਕਟ, ਜਾਂ ਫਿਰ +R ਅਤੇ -R। ਹੁਣ ਜਿਹੜਾ ਕੋਈ ਵੀ ਗਰੁੱਪ ਹੈ ਜਦੋਂ ਕਾਰਬਨ ਚੇਨ ਦੇ ਵਿੱਚੋਂ ਇਲੈਕਟ੍ਰੋਨ ਵਿਦਡਰਾ ਕਰੂਗਾ, ਕਾਰਬਨ ਚੇਨ ਦੇ ਵਿੱਚੋਂ ਇਲੈਕਟ੍ਰੋਨ ਬਾਹਰ ਕੱਢੂਗਾ, ਜਾਂ ਕਹਿ ਲਓ ਅਨਸੈਚੂਰੇਟਡ ਸੈਂਟਰ ਹੈ ਜਿਹੜਾ, ਕਿਉਂਕਿ ਰੈਜ਼ੋਨੈਂਸ ਇਫੈਕਟ ਉੱਥੇ ਹੀ ਲੱਗੂਗਾ ਜਿੱਥੇ ਡਬਲ ਬੌਂਡ ਕਾਰਬਨ ਕਾਰਬਨ ਡਬਲ ਬੌਂਡ ਆ ਜਾਊਗਾ, ਅਤੇ ਇੰਡਕਟਿਵ ਇਫੈਕਟ ਸਿਰਫ ਉੱਥੇ ਹੀ ਲੱਗੂਗਾ ਜਿੱਥੇ ਕਾਰਬਨ ਕਾਰਬਨ ਸਿੰਗਲ ਬੌਂਡ ਹੋਊਗਾ। ਇਹ ਚੀਜ਼ ਦਾ ਧਿਆਨ ਰੱਖਿਓ। ਇੰਡਕਟਿਵ ਇਫੈਕਟ ਹੈ ਜਿਹੜਾ ਉਹ ਸਿਗਮਾ ਬੌਂਡਸ ਦੇ ਉੱਪਰ ਲੱਗਦਾ, ਰੈਜ਼ੋਨੈਂਸ ਇਫੈਕਟ ਹੈ ਜਿਹੜਾ ਉਹ ਪਾਈ ਬੌਂਡਸ ਦੇ ਉੱਪਰ ਲੱਗਦਾ। ਰੈਜ਼ੋਨੈਂਸ ਇਫੈਕਟ ਸਿਗਮਾ ਬੌਂਡ ਨੂੰ ਇਫੈਕਟ ਨਹੀਂ ਕਰਦਾ, ਇੰਡਕਟਿਵ ਇਫੈਕਟ ਹੈ ਜਿਹੜਾ ਉਹ ਪਾਈ ਬੌਂਡਸ ਨੂੰ ਇਫੈਕਟ ਨਹੀਂ ਕਰਦਾ, ਜਾਂ ਫਿਰ ਬਹੁਤ ਘੱਟ ਇਫੈਕਟ, ਨੈਗਲੀਜੀਬਲ ਇਫੈਕਟ ਹੁੰਦਾ ਉਹਦਾ, ਠੀਕ ਹੈ, ਪਾਈ ਬੌਂਡਸ ਦੇ ਉੱਪਰ। ਇਹ ਚੀਜ਼ ਦਾ ਧਿਆਨ ਰੱਖਿਓ, ਦੋਨਾਂ ਨੂੰ ਅਲੱਗ-ਅਲੱਗ ਕਰਕੇ ਚੱਲਿਓ, ਅੱਗੇ ਜਾ ਕੇ ਸ਼ਾਇਦ ਕਨਫਿਊਜ਼ਨ ਹੋ ਸਕਦੀ ਹੈ, ਠੀਕ ਹੈ। ਇਹੋ ਜਿਹੇ ਗਰੁੱਪਸ ਜਿਨ੍ਹਾਂ ਦੇ ਵਿੱਚ ਕਾਰਬਨ ਕਾਰਬਨ ਅਨਸੈਚੂਰੇਟਡ ਚੇਨ ਹੈ ਜਿਹੜੀ, ਉਹਦੇ ਵਿੱਚੋਂ ਇਲੈਕਟ੍ਰੋਨ ਉਹ ਬਾਹਰ ਨੂੰ ਲੈ ਕੇ ਆਉਂਦਾ, ਆਪਦੇ ਵਿੱਚ ਲੈ ਕੇ ਆਉਂਦਾ, ਠੀਕ ਹੈ। ਚੇਨ ਤੋਂ ਇਲੈਕਟ੍ਰੋਨਸ ਘੱਟ ਜਾਂਦੇ ਆ ਤਾਂ ਉਸ ਨੂੰ ਕੀ ਕਹਾਂਗੇ ਆਪਾਂ? -R ਜਾਂ ਫਿਰ ਇਲੈਕਟ੍ਰੋਨ ਵਿਦਡਰਾਇੰਗ ਰੈਜ਼ੋਨੈਂਸ ਇਫੈਕਟ, ਇਲੈਕਟ੍ਰੋਨ ਵਿਦਡਰਾਇੰਗ ਰੈਜ਼ੋਨੈਂਸ ਇਫੈਕਟ, ਜਾਂ ਫਿਰ -R ਇਫੈਕਟ। ਹੁਣ ਇਹ ਜਿਹੇ ਗਰੁੱਪਸ ਜਿਹੜੇ ਨੇ, ਕਿਹੜੇ ਗਰੁੱਪਸ ਹੋਣਗੇ ਜਿਹੜੇ -R ਐਕਟ ਕਰਨਗੇ? ਇੱਕ ਗੱਲ ਦਾ ਧਿਆਨ ਰੱਖਿਓ, ਇਹ ਸਿਰਫ ਉਹੀ ਗਰੁੱਪ ਹੋਣਗੇ ਜਿਨ੍ਹਾਂ ਦੇ ਵਿੱਚ ਜਾਂ ਤਾਂ ਪੋਜ਼ੀਟਿਵ ਚਾਰਜ ਹੋਊਗਾ, ਪੋਜ਼ੀਟਿਵ ਚਾਰਜ ਵਾਲੇ ਨੂੰ ਇਲੈਕਟ੍ਰੋਨਸ ਦੀ ਲੋੜ ਹੁੰਦੀ ਆ, ਜਾਂ ਫਿਰ ਜਿੱਥੇ
ਡਬਲ ਬੌਂਡ ਜਾਂ ਟ੍ਰਿਪਲ ਬੌਂਡ ਜਿਹੜੇ ਮੋਲੀਕਿਊਲਸ ਦੇ ਵਿੱਚ ਹੋਊਗਾ। ਜਿਵੇਂ ਫਾਰ ਐਗਜ਼ਾਮਪਲ NO2 ਦਾ ਸਟਰਕਚਰ ਜਿਹੜਾ ਹੈ ਮੈਂ ਇੱਕ ਦਿਨ ਪਹਿਲਾਂ ਵੀ ਸ਼ਾਇਦ ਬਣਾਇਆ ਸੀ। ਉਹ ਕੀ ਹੁੰਦਾ, N ਡਬਲ ਬੌਂਡ O, ਠੀਕ ਹੈ। ਇਹਦੇ ਵਿੱਚ ਡਬਲ ਬੌਂਡ ਆ ਗਿਆ, ਅੱਗੇ C ਡਬਲ ਬੌਂਡ O, ਇੱਥੇ ਵੀ ਡਬਲ ਆ ਗਿਆ, ਇੱਥੇ ਟ੍ਰਿਪਲ ਆ ਗਿਆ। SO3 ਦੇ ਵਿੱਚ 2 ਡਬਲ ਆ ਗਏ, COR ਦੇ ਵਿੱਚ ਵੀ ਡਬਲ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਹੋਇਆ ਕਿ ਆਪਣੇ ਕੋਲ ਜਿਵੇਂ ਫਾਰ ਐਗਜ਼ਾਮਪਲ ਦੇਖੀਏ ਆਪਾਂ ਵੀ -R ਇਫੈਕਟ ਲੱਗਦਾ ਕਿਵੇਂ, CH2 ਡਬਲ ਬੌਂਡ CH ਸਿੰਗਲ ਬੌਂਡ C ਟ੍ਰਿਪਲ ਬੌਂਡ N। ਇਹਦੇ ਵਿੱਚ ਕੀ ਹੋਇਆ, ਇਸ ਗਰੁੱਪ ਦੇ ਵਿੱਚ ਕਿਉਂਕਿ ਨਾਈਟ੍ਰੋਜਨ ਇਲੈਕਟ੍ਰੋਨੈਗੇਟਿਵ ਹੈ, ਇਲੈਕਟ੍ਰੋਨਸ ਖਿੱਚੂਗਾ, ਠੀਕ ਹੈ। ਤਾਂ ਇਹ ਆਹ ਡਬਲ ਬੌਂਡ ਇੱਥੇ ਸ਼ਿਫਟ ਹੋ ਜਾਊਗਾ। ਹੁਣ ਕਾਰਬਨ ਦੇ ਬਣ ਗਏ 3 ਤੇ 1 4 ਤੇ 1 5, ਤਾਂ ਇਹ ਇੱਕ ਬੌਂਡ ਘਟਾਊਗਾ, ਇਹ ਇਲੈਕਟ੍ਰੋਨਸ ਬੌਂਡ ਤੋੜ ਕੇ ਨਾਈਟ੍ਰੋਜਨ ਨੂੰ ਦੇ ਦੂਗਾ। ਤਾਂ ਨਾਈਟ੍ਰੋਜਨ 'ਤੇ ਅੱਗੇ 2 ਲੋਨ ਪੇਅਰਸ, ਤਾਂ ਇੱਥੇ ਆ ਗਿਆ ਨੈਗੇਟਿਵ ਚਾਰਜ। ਇਸ ਕਾਰਬਨ ਦੇ 3 ਬੌਂਡਸ ਰਹਿ ਗਏ, ਤਾਂ ਇੱਥੇ ਕੀ ਆ ਗਿਆ, ਪੋਜ਼ੀਟਿਵ ਚਾਰਜ। ਨੈਕਸਟ ਉਸ ਤੋਂ ਬਾਅਦ ਕੀ ਹੈ, CH2 ਡਬਲ ਬੌਂਡ CH ਸਿੰਗਲ ਬੌਂਡ C ਡਬਲ ਬੌਂਡ OR। ਇੱਥੇ ਵੀ ਸੇਮ ਚੀਜ਼ ਹੋਈ, ਆਹ ਬੌਂਡ ਹੋ ਗਿਆ ਇੱਥੇ ਸ਼ਿਫਟ, ਆਹ ਬੌਂਡ ਦੇ ਇਲੈਕਟ੍ਰੋਨਸ ਚਲੇ ਗਏ ਆਕਸੀਜਨ ਕੋਲੇ। ਤਾਂ ਆਕਸੀਜਨ ਕੋਲੇ ਪਹਿਲਾਂ 2 ਲੋਨ ਪੇਅਰ ਪਏ ਸੀ, ਹੁਣ ਇੱਥੇ ਹੋ ਗਏ 3 ਲੋਨ ਪੇਅਰ ਨੈਗੇਟਿਵ ਚਾਰਜ। ਕਾਰਬਨ ਦੇ 3 ਬੌਂਡ ਰਹਿ ਗਏ, ਤਾਂ ਇੱਥੇ ਆ ਗਿਆ ਪੋਜ਼ੀਟਿਵ ਚਾਰਜ। ਹੁਣ ਗਰੁੱਪਸ ਨੇ ਜਿਹੜੇ CN ਤੇ COOR, ਇਹ ਇਲੈਕਟ੍ਰੋਨਸ ਨੇ ਜਿਹੜੇ ਕਾਰਬਨ ਚੇਨ ਤੋਂ ਵਿਦਡਰੋ ਕਰ ਰਹੇ ਨੇ। ਇੱਥੇ ਦੇਖੋ ਕਾਰਬਨ ਚੇਨ 'ਚ ਪਹਿਲਾਂ ਡਬਲ ਬੌਂਡ ਸੀ, ਹੁਣ ਇੱਥੇ ਸਿੰਗਲ ਬੌਂਡ ਰਹਿ ਗਿਆ। ਜੇ ਆਪਾਂ ਆਹ ਗਰੁੱਪ ਨਾ ਦੇਖੀਏ, ਠੀਕ ਹੈ, ਆਹ ਗਰੁੱਪ ਨਾ ਦੇਖੀਏ ਤਾਂ ਕਾਰਬਨ ਚੇਨ ਦੇ ਵਿੱਚ ਪਹਿਲਾਂ ਤਾਂ 4 ਇਲੈਕਟ੍ਰੋਨ ਸੀ, 2 ਸਿਗਮਾ 2 ਪਾਈ, ਇੱਕ ਸਿਗਮਾ ਬੌਂਡ ਸੀ, ਇੱਕ ਪਾਈ ਬੌਂਡ ਸੀਗਾ। ਇੱਕ ਬੌਂਡ ਦੇ ਵਿੱਚ 2 ਇਲੈਕਟ੍ਰੋਨ ਹੁੰਦੇ ਆ, ਤਾਂ 2 ਸਿਗਮਾ 2 ਪਾਈ ਇਲੈਕਟ੍ਰੋਨਸ ਨੇ। ਹੁਣ ਬਾਅਦ ਦੇ ਵਿੱਚ ਕਿੰਨਾ, ਇੱਕ ਸਿਗਮਾ ਬੌਂਡ ਰਹਿ ਗਿਆ, ਮਤਲਬ 2 ਇਲੈਕਟ੍ਰੋਨਸ ਰਹਿ ਗਏ 4 ਤੋਂ। ਤਾਂ ਨੰਬਰ ਆਫ ਬੌਂਡਸ ਵੀ ਘੱਟ ਗਏ ਅਤੇ ਇਲੈਕਟ੍ਰੋਨਸ ਵੀ ਘੱਟ ਗਏ, ਠੀਕ ਹੈ। ਤਾਂ ਇਹ ਗਰੁੱਪ ਨੇ ਜਿਹੜੇ ਦੋਨੇ, ਇਹ ਕਾਰਬਨ ਚੇਨ ਤੋਂ ਬਾਹਰ ਇਲੈਕਟ੍ਰੋਨ ਖਿੱਚ ਰਹੇ ਨੇ, ਠੀਕ ਹੈ। ਤਾਂ ਇਹ ਦੋਨੇ ਗਰੁੱਪਸ ਕੀ ਹੋਣਗੇ, -R ਗਰੁੱਪਸ ਹੋਣਗੇ, ਅਤੇ -R ਇਫੈਕਟ ਹੈ ਜਿਹੜਾ ਉਹ ਇਫੈਕਟ ਸ਼ੋ ਕਰਨਗੇ। ਨੈਕਸਟ ਹੈ ਆਪਣੇ ਕੋਲ ਇਲੈਕਟ੍ਰੋਨ ਰਿਲੀਜ਼ਿੰਗ ਰੈਜ਼ੋਨੈਂਸ ਇਫੈਕਟ ਔਰ +R ਇਫੈਕਟ। ਹੁਣ ਜਿਹੜਾ ਇਹ ਇਫੈਕਟ ਹੈ, ਇਹਦੇ ਵਿੱਚ ਕੀ ਹੈ, ਕਹਿੰਦਾ ਗਰੁੱਪਸ ਅਟੈਚ ਟੂ ਅਨਸੈਚੂਰੇਟਡ ਕਾਰਬਨ ਚੇਨਸ ਰਿਲੀਜ਼ਸ ਔਰ ਡੋਨੇਟਸ ਇਲੈਕਟ੍ਰੋਨਸ ਟੂ ਦ ਚੇਨ, ਠੀਕ ਹੈ। ਉਹਦੇ ਵਿੱਚ ਕੀ ਸੀਗਾ, ਇਲੈਕਟ੍ਰੋਨਸ ਚੇਨ ਤੋਂ ਬਾਹਰ ਖਿੱਚ ਰਿਹਾ ਸੀ। ਇਹਦੇ ਵਿੱਚ ਕੀ ਹੋਊਗਾ, ਇਹ ਜਿਹੜੇ ਹੋਣਗੇ ਗਰੁੱਪਸ, ਇਲੈਕਟ੍ਰੋਨਸ ਨੇ ਜਿਹੜੇ ਉਹ ਚੇਨ ਨੂੰ ਦੇਣਗੇ। ਚੇਨ ਦੇ ਵਿੱਚ ਅੰਦਰ ਇਲੈਕਟ੍ਰੋਨਸ ਜਾਂ ਨੰਬਰ ਆਫ ਬੌਂਡਸ ਨੇ ਜਿਹੜੇ ਉਹ ਵੱਧ ਜਾਣਗੇ, ਠੀਕ ਹੈ। ਹੁਣ ਇਹੋ ਜਿਹੇ ਇਹ ਕਿਹੜੇ ਗਰੁੱਪਸ ਹੋਣਗੇ, ਜਿਨ੍ਹਾਂ ਕੋਲ ਇਲੈਕਟ੍ਰੋਨਸ ਵਾਧੂ ਹੋਣਗੇ, ਜਾਂ ਤਾਂ ਉਹਨਾਂ 'ਤੇ ਨੈਗੇਟਿਵ ਚਾਰਜ ਹੋਊਗਾ, ਜਾਂ ਫਿਰ ਉਹਨਾਂ 'ਤੇ ਕੀ ਹੈ, ਲੋਨ ਪੇਅਰਸ ਪਏ ਹੋਣਗੇ। ਜਾਂ ਤਾਂ ਨੈਗੇਟਿਵ ਚਾਰਜ ਹੋਊਗਾ ਜਾਂ ਲੋਨ ਪੇਅਰ ਪਏ ਹੋਣਗੇ, ਠੀਕ ਹੈ। ਉਹ ਸਾਰੇ ਗਰੁੱਪ +R ਗਰੁੱਪ ਦੇ ਤੌਰ 'ਤੇ ਐਕਟ ਕਰਨਗੇ। ਜਿਵੇਂ CH2 ਡਬਲ ਬੌਂਡ CH ਸਿੰਗਲ ਬੌਂਡ Cl, ਇਹਦੇ ਵਿੱਚ ਕੀ ਹੈ, ਕਾਰਬਨ ਦੇ ਉੱਪਰ ਕਲੋਰੀਨ ਦੇ ਉੱਪਰ ਲੋਨ ਪੇਅਰ ਪਏ ਨੇ, ਠੀਕ ਹੈ। ਇਹ ਕੀ ਕਰੂਗਾ, ਆਪਦਾ ਲੋਨ ਪੇਅਰ ਇੱਥੇ ਡੋਨੇਟ ਕਰ ਦੂਗਾ। ਆਹ ਕਾਰਬਨ ਦੇ ਬਣ ਗਏ 5 ਬੌਂਡ, 1 2 3 4 ਅਤੇ ਇੱਕ ਇੱਥੇ ਬਣਾਇਆ ਇਹਨੇ 5, ਤਾਂ ਇੱਕ ਬੌਂਡ ਇੱਧਰੋਂ ਤੋੜ ਕੇ ਆਹ ਕਾਰਬਨ ਨੂੰ ਦੇ ਦੂਗਾ। ਹੁਣ ਜਦੋਂ ਤੁਸੀਂ ਇਹਨੂੰ ਦੇਖਦੇ ਹੋ, ਠੀਕ ਹੈ, ਇਸ ਨੂੰ ਜਦੋਂ ਤੁਸੀਂ ਦੇਖਦੇ ਹੋ ਧਿਆਨ ਨਾਲ ਦੇਖੋ, ਠੀਕ ਹੈ। ਤਾਂ ਕਾਰਬਨ ਦੇ ਤਾਂ ਇਹਦੇ ਵਿੱਚ ਇਲੈਕਟ੍ਰੋਨਸ ਨੇ ਜਿਹੜੇ ਨੈਗੇਟਿਵ ਚਾਰਜ ਆ ਗਿਆ, ਤਾਂ ਇਲੈਕਟ੍ਰੋਨਸ ਵੱਧ ਗਏ, ਠੀਕ ਹੈ। ਜਦੋਂ ਇਲੈਕਟ੍ਰੋਨਸ ਵੱਧ ਗਏ ਇਹਦੇ ਵਿੱਚੋਂ, ਅਤੇ ਆਹ ਕਾਰਬਨ ਦੇ ਜਦੋਂ ਤੁਸੀਂ ਬੌਂਡ ਇਨਕਲੂਡ ਕਰ ਲੈਂਦੇ ਹੋ, ਤਾਂ ਆਹ ਕਾਰਬਨ ਦੇ ਜਿਹੜੇ ਪਹਿਲਾਂ ਜੇ ਤੁਸੀਂ ਕੰਪਲੀਟਲੀ ਦੇਖੋ ਤਾਂ ਆਹ ਕਾਰਬਨ ਦੇ ਪਹਿਲਾਂ ਟੋਟਲ 3 ਬੌਂਡ ਸੀਗੇ, ਹੁਣ ਵੀ ਟੋਟਲ 3 ਹੀ ਬੌਂਡ ਨੇ, ਠੀਕ ਹੈ, ਟੋਟਲ ਚੇਨ ਦੇ ਵਿੱਚ। ਪਰ ਉੱਥੇ ਇੱਕ ਲੋਨ ਪੇਅਰ ਵੱਧ ਗਿਆ, ਨੰਬਰ ਆਫ ਟੋਟਲ ਇਲੈਕਟ੍ਰੋਨਸ ਇਨਕਰੀਜ਼ ਹੋ ਗਏ ਬਾਈ 2, ਠੀਕ ਹੈ। ਇਹੀ ਚੀਜ਼ ਇੱਥੇ ਹੁੰਦੀ ਹੈ ਜਦੋਂ ਤੁਸੀਂ ਇੱਥੇ ਦੇਖਦੇ ਹੋ, 3 ਬੌਂਡ ਹੀ ਨੇ, ਪਹਿਲਾਂ ਵੀ 3 ਸੀ, ਹੁਣ ਵੀ 3 ਹੀ ਨੇ, ਪਰ ਲੋਨ ਪੇਅਰ ਇੱਕ ਵਾਧੂ ਆ ਗਿਆ, ਅਤੇ ਚੇਨ ਦੇ ਵਿੱਚ ਇਲੈਕਟ੍ਰੋਨਸ ਵੱਧ ਗਏ। ਚੇਨ ਦੇ ਵਿੱਚ ਜਦੋਂ ਇਲੈਕਟ੍ਰੋਨਸ ਵੱਧ ਗਏ, ਤਾਂ ਜਿਹੜੇ ਗਰੁੱਪਸ ਨੇ ਇਹ ਕੀ ਹੋਣਗੇ, +R ਗਰੁੱਪਸ, ਠੀਕ ਹੈ। ਤਾਂ ਇਹ +R ਇਫੈਕਟ ਹੈ ਜਿਹੜਾ ਉਹ ਸ਼ੋ ਕਰਨਗੇ। ਉਸ ਤੋਂ ਬਾਅਦ ਕੀ ਹੈ, ਇਹ ਚੀਜ਼ ਧਿਆਨ ਦੇਣ ਵਾਲੀ ਹੈ ਵੀ ਜਦੋਂ ਜਿਹੜੇ ਜ਼ਿਆਦਾਤਰ ਕਈ ਮੋਲੀਕਿਊਲਸ ਦੇ ਵਿੱਚ ਇੰਡਕਟਿਵ ਅਤੇ ਰੈਜ਼ੋਨੈਂਸ ਇਫੈਕਟ ਦੋਨੇ ਇਕੱਠੇ ਲੱਗਦੇ ਨੇ, ਠੀਕ ਹੈ। ਮਤਲਬ ਇੰਡਕਟਿਵ ਇਫੈਕਟ ਵੀ ਉਹਨਾਂ ਦੇ ਵਿੱਚ ਲੱਗਦਾ ਅਤੇ ਰੈਜ਼ੋਨੈਂਸ ਇਫੈਕਟ ਹੈ ਜਿਹੜਾ ਉਹ ਵੀ ਲੱਗਦਾ ਗਾ, ਠੀਕ ਹੈ। ਕਈ ਵਾਰੀ ਇਹ ਕੀ ਹੁੰਦਾ, ਇਹ ਦੋਨੇ ਇਫੈਕਟ ਸੇਮ ਡਾਇਰੈਕਸ਼ਨ ਦੇ ਵਿੱਚ ਲੱਗਦੇ ਆ, ਮਤਲਬ ਦੋਨੇ ਪਲੱਸ ਹੋਣਗੇ, +R+I ਜਾਂ -I -R। ਅਤੇ ਕਈ ਵਾਰੀ ਇਹ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੱਗਣਗੇ, -R+I ਅਤੇ +R -I, ਠੀਕ ਹੈ। ਜਦੋਂ ਤਾਂ ਇਹ ਸੇਮ ਲੱਗਣਗੇ ਫਿਰ ਤਾਂ ਕੋਈ ਚੱਕਰ ਨਹੀਂ। ਜਦੋਂ ਇਹ ਆਪੋਜ਼ਿਟ ਡਾਇਰੈਕਸ਼ਨਾਂ ਦੇ ਵਿੱਚ ਲੱਗਣਗੇ ਤਾਂ ਰੈਜ਼ੋਨੈਂਸ ਇਫੈਕਟ ਹੈ ਜਿਹੜਾ ਉਹ ਹਮੇਸ਼ਾ ਡੋਮੀਨੇਟ ਕਰੂਗਾ। ਜਦੋਂ ਰੈਜ਼ੋਨੈਂਸ ਇਫੈਕਟ ਡੋਮੀਨੇਟ ਕਰ ਗਿਆ, ਠੀਕ ਹੈ, ਤਾਂ ਇੰਡਕਟਿਵ ਇਫੈਕਟ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਜਿਵੇਂ ਫਾਰ ਐਗਜ਼ਾਮਪਲ ਜੇ ਤੁਸੀਂ ਆਹ ਚੀਜ਼ ਦੇਖਦੇ ਹੋ, CH2 ਡਬਲ ਬੌਂਡ CH ਸਿੰਗਲ ਬੌਂਡ Cl, ਇੱਥੇ ਕਲੋਰੀਨ ਹੈ ਜਿਹੜਾ ਉਹ ਇਲੈਕਟ੍ਰੋਨੈਗੇਟਿਵ ਹੈ, ਤਾਂ -I ਇਫੈਕਟ ਲਾਊਗਾ, ਪਰ ਉਹਦੇ ਉੱਪਰ ਲੋਨ ਪੇਅਰ ਵੀ ਪਏ ਆ, ਤਾਂ ਉਹ +R ਇਫੈਕਟ ਵੀ ਸ਼ੋ ਕਰੂਗਾ, ਠੀਕ ਹੈ। ਇੱਦਾਂ ਡਬਲ ਬੌਂਡ ਬਣਾ ਲੂਗਾ।
ਤਾਂ ਇੱਥੇ ਹੋਊਗਾ ਕਿ ਕਾਰਬਨ ਦੇ ਉੱਪਰ ਕੀ ਆ ਜਾਊਗਾ ਨੈਗੇਟਿਵ ਚਾਰਜ ਅਤੇ ਕਲੋਰੀਨ ਦੇ ਉੱਪਰ ਕੀ ਆ ਜਾਊਗਾ ਪੋਜ਼ੀਟਿਵ ਚਾਰਜ। ਹੁਣ ਇੱਕ ਗੱਲ ਇੱਥੇ ਧਿਆਨ ਦੇਣ ਵਾਲੀ ਹੈ, ਕੀ ਗੱਲ ਧਿਆਨ ਦੇਣ ਵਾਲੀ ਹੈ ਵੀ ਜੇ ਆਪਾਂ ਇਸ ਚੀਜ਼ ਦੀ ਰਿਐਕਸ਼ਨ ਕਰਵਾਉਂਦੇ ਹਾਂ HCl ਦੇ ਨਾਲ, ਆਪਾਂ ਨੂੰ ਪਤਾ ਜਿੱਥੇ ਡਬਲ ਬੌਂਡ 'ਤੇ HCl ਐਡ ਹੁੰਦਾ ਉੱਥੇ ਮਾਰਕੋਨੀ ਰੂਲ ਲੱਗਦਾ, ਠੀਕ ਹੈ। ਮਾਰਕੋਨੀ ਰੂਲ ਜਿਨ੍ਹਾਂ ਨੂੰ ਪਤਾ ਹੈਗਾ, ਔਰਗੈਨਿਕ ਬੇਸਿਕ ਔਰਗੈਨਿਕ ਵਾਲੀਆਂ ਵੀਡੀਓਜ਼ ਦੇਖੀਆਂ ਤੁਸੀਂ, ਉਹਨਾਂ ਦੇ ਵਿੱਚ ਆਇਆ ਸੀ ਐਂਡ 'ਤੇ ਮਾਰਕੋਨੀ ਰੂਲ, ਠੀਕ ਹੈ, ਜਿੱਥੇ ਡਬਲ ਬੌਂਡ 'ਤੇ ਐਡੀਸ਼ਨ ਹੁੰਦੀ ਆ। ਮਾਰਕੋਨੀ ਰੂਲ ਕੀ ਕਹਿੰਦਾ, ਨੈਗੇਟਿਵ ਪਾਰਟ ਗੋਜ਼ ਟੂ ਦੈਟ ਕਾਰਬਨ ਹੈਵਿੰਗ ਲੈਸਰ ਨੰਬਰ ਆਫ ਹਾਈਡਰੋਜਨਸ। ਹਾਈਡਰੋਜਨ ਆ ਕਾਰਬਨ ਕੋਲੇ ਇੱਕ, ਆ ਕਾਰਬਨ ਕੋਲੇ ਦੋ ਨੇ, ਤਾਂ ਨੈਗੇਟਿਵ ਪਾਰਟ ਕੀ ਹੈ HCl ਦਾ, Cl ਨੈਗੇਟਿਵ, ਤਾਂ ਨੈਗੇਟਿਵ ਇਹਦੇ ਨਾਲ ਐਡ ਹੋਊਗਾ। ਮਾਰਕੋਨੀ ਰੂਲ ਇਹ ਚੀਜ਼ ਕਹਿੰਦਾ। ਉਹਦਾ ਬੇਸਿਸ ਕੀ ਆ, ਉਹ ਰੂਲ ਕਿਸ ਚੀਜ਼ 'ਤੇ ਬਣਾਇਆ ਗਿਆ ਸੀ, ਉਹ ਚੀਜ਼ ਇੱਥੋਂ ਐਕਸਪਲੇਨ ਆਪਾਂ ਕਰ ਸਕਦੇ ਹਾਂ। ਹੁਣ ਕਲੋਰੀਨ ਹੈ ਜਿਹੜਾ, ਕਲੋਰੀਨ 'ਤੇ ਆ ਗਿਆ ਪੋਜ਼ੀਟਿਵ ਚਾਰਜ, ਇਹਦੇ ਇਲੈਕਟ੍ਰੋਨਸ ਡੋਨੇਟ ਕਰਤੇ ਕਾਰਬਨ ਨੂੰ, ਕਾਰਬਨ 'ਤੇ ਆ ਗਿਆ ਨੈਗੇਟਿਵ ਚਾਰਜ। ਤਾਂ ਹੁਣ H ਅਤੇ Cl ਦੇ ਵਿੱਚੋਂ ਪੋਜ਼ੀਟਿਵ ਕੀ ਹੈ H ਪੋਜ਼ੀਟਿਵ, ਤਾਂ H ਪੋਜ਼ੀਟਿਵ ਕਿੱਥੇ ਜਾਊਗਾ ਜਿੱਥੇ ਨੈਗੇਟਿਵ ਚਾਰਜ ਪਿਆ, CH3 ਬਣ ਜੂ ਇਹ ਜਾ ਕੇ, ਠੀਕ ਹੈ। ਇਹ ਬਣ ਗਿਆ CH3, ਉਸ ਤੋਂ ਬਾਅਦ CH ਡਬਲ ਬੌਂਡ Cl ਪੋਜ਼ੀਟਿਵ। ਹੁਣ ਕੀ ਹੋਊਗਾ, ਆਹ ਪੋਜ਼ੀਟਿਵ ਚਾਰਜ ਹੈ ਜਿਹੜਾ, ਜੇ ਇਹ Cl ਆਪਦਾ ਬੌਂਡ ਤੋੜ ਲੇ ਤਾਂ ਆਹ ਪੋਜ਼ੀਟਿਵ ਚਾਰਜ ਇੱਥੇ ਕਾਰਬਨ 'ਤੇ ਚਲਾ ਜਾਊਗਾ, ਤਾਂ ਆਹ ਦੂਸਰੀ ਕਲੋਰੀਨ ਨੈਗੇਟਿਵ ਹੈ ਜਿਹੜਾ, ਉਹ ਕੀ ਕਰੂ ਕਾਰਬਨ 'ਤੇ ਆ ਕੇ ਅਟੈਕ ਕਰ ਦੂਗਾ, ਇਹ ਬੌਂਡ ਟੁੱਟ ਕੇ ਆਪਦੇ ਇਲੈਕਟ੍ਰੋਨਸ ਕਲੋਰੀਨ ਵਾਪਸ ਲੈ ਜੂਗਾ, ਠੀਕ ਹੈ। ਤਾਂ ਦੋਨੇ ਕਲੋਰੀਨਸ ਨੇ ਜਿਹੜੀਆਂ ਉਹ ਇਸ ਕਾਰਬਨ ਨਾਲ ਲੱਗ ਜਾਣਗੀਆਂ। ਇਹੀ ਚੀਜ਼ ਮਾਰਕੋਨੀ ਰੂਲ ਕਹਿੰਦਾ ਸੀ ਵੀ ਨੈਗੇਟਿਵ ਪਾਰਟ ਗੋਜ਼ ਟੂ ਦੈਟ ਕਾਰਬਨ ਹੈਵਿੰਗ ਲੈਸਰ ਨੰਬਰ ਆਫ ਹਾਈਡਰੋਜਨ ਐਟਮਸ, ਠੀਕ ਹੈ। ਇਹ ਮਾਰਕੋਨੀ ਰੂਲ ਨੂੰ ਸਮਝਣ ਵਾਸਤੇ R ਅਤੇ I ਮਤਲਬ ਇਹ ਸਾਰੇ ਦੇ ਸਾਰੇ ਇਫੈਕਟ ਜਦੋਂ ਆਪਾਂ ਕਰ ਲਾਂਗੇ 5-6 ਇਫੈਕਟ ਨੇ, ਤਾਂ ਬੇਸਿਕਸ ਆਪਣੇ ਬਿਲਕੁਲ ਹੀ ਕਲੀਅਰ ਹੋ ਜਾਣਗੇ। +1 +2 ਵਾਲੇ ਵੀ ਜਿਹੜੇ ਤੁਹਾਨੂੰ ਕਈ ਡਾਊਟ ਹੋਣਗੇ ਉਹ ਵੀ ਤੁਹਾਡੇ ਕਲੀਅਰ ਹੋ ਜਾਣਗੇ, ਠੀਕ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲੇ ਐਪਲੀਕੇਸ਼ਨਸ ਆਫ ਰੈਜ਼ੋਨੈਂਸ ਇਫੈਕਟ। ਰੈਜ਼ੋਨੈਂਸ ਇਫੈਕਟ ਦੀਆਂ ਕੀ ਐਪਲੀਕੇਸ਼ਨਾਂ ਨੇ ਆਪਣੇ ਕੋਲੇ, ਹੁਣ ਆਪਾਂ ਉਹ ਐਪਲੀਕੇਸ਼ਨਸ ਪੜ੍ਹਨੀਆਂ ਨੇ। ਸਭ ਤੋਂ ਪਹਿਲੀ ਜਿਹੜੀ ਐਪਲੀਕੇਸ਼ਨ ਹੈ ਆਪਣੇ ਕੋਲੇ ਉਹ ਹੈ ਲੋਅਰ ਐਕਟੀਵਿਟੀ ਆਫ ਵਿਨਾਈਲ ਐਂਡ ਅਰਾਈਲ ਹੈਲਾਈਡਸ। ਜਿਹੜੇ ਵਿਨਾਈਲ ਅਤੇ ਅਰਾਈਲ ਹੈਲਾਈਡਸ ਹੁੰਦੇ ਨੇ ਉਹ ਬਹੁਤ ਜ਼ਿਆਦਾ ਘੱਟ ਰਿਐਕਟਿਵ ਹੁੰਦੇ ਨੇ, ਠੀਕ ਹੈ। ਉਹਨਾਂ ਦਾ ਕੀ ਕਾਰਨ ਹੈ, ਵਿਨਾਈਲ ਦੇ ਹੈਲਾਈਡਸ ਹੁੰਦੇ ਆ ਜਿਹੜੇ CH2 ਡਬਲ ਬੌਂਡ CH ਮਤਲਬ ਡਬਲ ਬੌਂਡ ਦੇ ਨਾਲ ਡਾਇਰੈਕਟਲੀ ਕਲੋਰੀਨ ਜੁੜਿਆ, ਕਲੋਰੀਨ ਬ੍ਰੋਮੀਨ ਆਇਓਡੀਨ ਜੁੜੇ ਹੋਏ ਹੋਣ, ਠੀਕ ਹੈ। ਅਰਾਈਲ ਕੀ ਹੁੰਦੇ ਆ, ਬੈਂਜ਼ੀਨ ਦੇ ਨਾਲ ਡਾਇਰੈਕਟਲੀ ਕਲੋਰੀਨ ਬ੍ਰੋਮੀਨ ਆਇਓਡੀਨ ਜੁੜੇ ਹੋਏ ਹੋਣ, ਤਾਂ ਉਹ ਹੋ ਗਏ ਅਰਾਈਲ ਅਤੇ ਆਹ ਹੋ ਗਏ ਵਿਨਾਈਲ, ਠੀਕ ਹੈ। ਹੁਣ ਇਹ ਘੱਟ ਰਿਐਕਟਿਵ ਕਿਉਂ ਹੁੰਦੇ ਨੇ, ਕਿਉਂਕਿ ਆਪਾਂ ਹੁਣੇ ਪੜ੍ਹ ਕੇ ਹਟੇ ਕਲੋਰੀਨ ਆਪਦੇ ਇਲੈਕਟ੍ਰੋਨਸ ਡੋਨੇਟ ਕਰਕੇ ਡਬਲ ਬੌਂਡ ਬਣਾ ਲੈਂਦਾ। ਇਸ ਤਰ੍ਹਾਂ ਹੀ ਇਹਦੇ ਵਿੱਚ ਹੁੰਦਾ। ਆ ਬੈਂਜ਼ੀਨ ਵਾਲੇ ਜੇ ਤੁਹਾਨੂੰ ਰੈਜ਼ੋਨੇਟਿੰਗ ਸਟਰਕਚਰ ਨਹੀਂ ਬਣਾਉਣੇ ਆਏ ਤਾਂ ਟੈਨਸ਼ਨ ਨਾ ਲਿਓ, ਸਿਰਫ ਆਹੀ ਬਣਾ ਲਿਓ, ਠੀਕ ਹੈ। ਆਪਾਂ ਨੂੰ ਅਗਲੇ ਸਮੈਸਟਰ ਦੇ ਵਿੱਚ ਆਊਗਾ, ਉੱਥੇ ਆਪਾਂ ਡਿਟੇਲ 'ਚ ਕਰਾਂਗੇ। ਜੇ ਉੱਥੋਂ ਬਣਦੇ ਆ ਤਾਂ ਵੈਲ ਐਂਡ ਗੁੱਡ ਹੈ, ਜੇ ਨਹੀਂ ਬਣਦੇ ਤਾਂ ਇਹਨੂੰ ਛੱਡ ਦਿਓ, ਸਿਰਫ ਆਹ ਵਾਲਾ ਕਰ ਲਿਓ, ਠੀਕ ਹੈ। ਪਰ ਲਿਖਣੇ ਦੋਨੇ ਨੇ ਵਿਨਾਈਲ ਅਤੇ ਅਰਾਈਲ। ਜੇ ਨਹੀਂ ਬਣਦਾ ਕੋਈ ਦਿੱਕਤ ਨਹੀਂ, ਟੈਨਸ਼ਨ ਲੈਣ ਦੀ ਵਾਧੂ ਕੋਈ ਚੱਕਰ ਨਹੀਂ, ਠੀਕ ਹੈ। ਤਾਂ ਇਹ ਤਾਂ ਡਬਲ ਬੌਂਡ ਬਣ ਗਿਆ, ਡਬਲ ਬੌਂਡ ਤੋੜਨਾ ਔਖਾ ਹੁੰਦਾ, ਇਸ ਲਈ ਕਲੋਰੀਨ ਹੈ ਜਿਹੜਾ ਉਹ ਈਜ਼ੀਲੀ ਇਸ ਦੇ ਵਿੱਚੋਂ ਰਿਮੂਵ ਨਹੀਂ ਹੁੰਦਾ, Cl ਨੈਗੇਟਿਵ ਬਣ ਕੇ ਅਤੇ ਕਾਰਬਨ 'ਤੇ ਪੋਜ਼ੀਟਿਵ ਚਾਰਜ ਨਹੀਂ ਆਉਂਦਾ, ਠੀਕ ਹੈ। ਇਸ ਲਈ ਇਹ ਘੱਟ ਰਿਐਕਟਿਵ ਹੁੰਦੇ ਨੇ ਦੋਨੇ, ਆ ਵੀ ਅਤੇ ਆ ਵੀ, ਠੀਕ ਹੈ। ਉਸ ਤੋਂ ਬਾਅਦ ਹਾਈ ਰਿਐਕਟੀਵਿਟੀ ਆਫ ਬੈਂਜ਼ਾਈਲ ਐਂਡ ਅਲਾਈਲ ਹੈਲਾਈਡ। ਜਿਹੜੇ ਬੈਂਜ਼ਾਈਲ ਅਤੇ ਅਲਾਈਲ ਹੈਲਾਈਡ ਹੁੰਦੇ, ਬੈਂਜ਼ਾਈਲ ਹੁੰਦਾ ਬੈਂਜ਼ੀਨ ਦੇ ਨਾਲ CH2 ਦੇ ਨਾਲ ਹੈਲੋਜਨ ਲੱਗਿਆ ਹੋਵੇ, ਅਲਾਈਲ ਵੀ ਸੇਮ ਚੀਜ਼ ਡਬਲ ਬੌਂਡ ਦੇ ਨਾਲ CH2 ਉਸ ਤੋਂ ਬਾਅਦ ਹੈਲੋਜਨ ਲੱਗਿਆ ਹੋਵੇ। ਤਾਂ ਉਹਦੇ ਵਿੱਚ ਦੇਖੋ ਜਦੋਂ ਤੁਸੀਂ Br ਦੋਨਾਂ 'ਚੋਂ ਰਿਮੂਵ ਕਰ ਦਿੰਦੇ ਹੋ ਤਾਂ ਪੋਜ਼ੀਟਿਵ ਚਾਰਜ ਆ ਜਾਂਦਾ ਇੱਥੇ, ਉਹ ਪੋਜ਼ੀਟਿਵ ਚਾਰਜ ਇੱਥੇ ਬੈਂਜ਼ੀਨ ਰਿੰਗ ਦੇ ਉੱਪਰ ਇੱਥੇ ਅਤੇ ਇੱਥੇ ਆ ਜਾਊਗਾ। ਇੱਧਰ ਉਹ ਪੋਜ਼ੀਟਿਵ ਚਾਰਜ ਰੈਜ਼ੋਨੈਂਸ ਨਾਲ ਦੂਸਰੀ ਕਾਰਬਨ ਦੇ ਉੱਪਰ ਚਲਾ ਜਾਊਗਾ, ਤਾਂ ਉਹ ਸਟੇਬਲਾਈਜ਼ ਹੋ ਜਾਂਦਾ ਰੈਜ਼ੋਨੈਂਸ ਦੇ ਨਾਲ। ਜਦੋਂ ਰੈਜ਼ੋਨੈਂਸ ਸਟੇਬਲਾਈਜ਼ ਸਟਰਕਚਰਸ ਬਣ ਜਾਂਦੇ ਨੇ, ਠੀਕ ਹੈ, ਤਾਂ ਉਸ ਟਾਈਮ 'ਤੇ ਕੀ ਹੋ ਜਾਂਦਾ ਆਪਣੇ ਕੋਲੇ ਈਜ਼ੀਲੀ Br ਹੈ ਜਿਹੜਾ ਉਹ ਨਿਕਲ ਜੂਗਾ ਇਹਦੇ ਵਿੱਚੋਂ, ਤਾਂ ਇਹਦੀ ਜਿਹੜੀ ਰਿਐਕਟੀਵਿਟੀ ਆ ਉਹ ਕੀ ਆ ਵੱਧ ਜੂਗੀ, ਠੀਕ ਹੈ। ਨੈਕਸਟ ਹੈ ਆਪਣੇ ਕੋਲੇ ਐਸਿਡਿਟੀ ਆਫ ਕਾਰਬੋਕਸਿਲਿਕ ਐਸਿਡਸ। ਕਾਰਬੋਕਸਿਲਿਕ ਐਸਿਡਸ ਨੇ ਜਿਹੜੇ ਆਪਾਂ ਨੂੰ ਪਤਾ ਵੀ ਉਹ ਐਸਿਡਿਕ ਹੁੰਦੇ ਨੇ। ਉਹ ਕਿਉਂ ਐਸਿਡਿਕ ਹੁੰਦੇ ਨੇ, ਉਹਨਾਂ ਦਾ ਐਸਿਡਿਕ ਹੋਣ ਦਾ ਕਾਰਨ ਇਹ ਹੈ ਵੀ ਉਹਨਾਂ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਹੈਗੇ ਵੀ ਜੇ ਆਹ ਰਿਐਕਸ਼ਨ ਹੈ ਜਿਹੜੀ ਜਿਹਦੇ ਕਰਕੇ ਐਸਿਡਿਕ ਹੁੰਦੇ ਨੇ ਉਹ, ਠੀਕ ਹੈ। ਇਸ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ, ਇੱਥੋਂ H ਪੋਜ਼ੀਟਿਵ ਹੈ ਜਿਹੜਾ ਇਹ ਲੂਜ਼ ਕਰ ਦਿੰਦੇ ਨੇ ਆਇਓਨਾਈਜੇਸ਼ਨ। H ਪੋਜ਼ੀਟਿਵ ਲੂਜ਼ ਕਰਨਾ ਮਤਲਬ ਐਸਿਡਿਕ ਨੇਚਰ ਹੈ। ਰੈਜ਼ੋਨੇਟਿੰਗ ਸਟਰਕਚਰਸ ਦੇਖੋਗੇ ਕਾਰਬੋਕਸਿਲਿਕ ਐਸਿਡ ਦੇ, ਤਾਂ ਉੱਥੇ ਕੀ ਹੈ, ਜਿਹੜਾ ਰੈਜ਼ੋਨੇਟਿੰਗ ਸਟਰਕਚਰ ਬਣੂਗਾ ਉੱਥੇ ਚਾਰਜ ਸੈਪਰੇਸ਼ਨ ਹੁੰਦੀ ਹੈ। ਪਰ ਜਿਹੜਾ ਤੁਸੀਂ ਕਾਰਬੋਕਸਿਲੇਟ ਆਇਨ ਦੇਖੋਗੇ ਉਹਦੇ ਉੱਪਰ ਜਿਹੜੇ ਰੈਜ਼ੋਨੇਟਿੰਗ ਸਟਰਕਚਰ ਬਣਦੇ, ਇੱਥੇ ਵੀ ਨੈਗੇਟਿਵ ਹੈ, ਇੱਥੇ ਕੋਈ ਚਾਰਜ ਨਹੀਂ, ਇੱਥੇ ਨੈਗੇਟਿਵ ਹੈ, ਇੱਥੇ ਕੋਈ ਚਾਰਜ ਨਹੀਂ, ਤਾਂ ਇਹਦੇ ਵਿੱਚ ਚਾਰਜ ਸੈਪਰੇਸ਼ਨ ਨਹੀਂ ਹੋਈ। ਜਿਹੜਾ ਚਾਰਜ ਪਹਿਲਾਂ ਸੀ ਉਹੀ ਬਾਅਦ ਦੇ ਵਿੱਚ ਰਿਹਾ, ਠੀਕ ਹੈ। ਤਾਂ ਆਹ ਜਿਹੜਾ ਹੈ ਇਹ ਸਟੇਬਲ ਹੋ ਜਾਂਦਾ, ਆਹ ਜਿਹੜਾ ਹੈ ਉਹਨਾਂ ਸਟੇਬਲ ਨਹੀਂ ਹੁੰਦਾ ਕਿਉਂਕਿ ਚਾਰਜ ਸੈਪਰੇਸ਼ਨ ਹੋ ਜਾਂਦੀ ਹੈ। ਤਾਂ ਇਹ ਕੀ ਕਰਦਾ, ਇਹ ਆਪਦਾ ਇੱਕ H ਪੋਜ਼ੀਟਿਵ ਇੱਥੋਂ ਲੂਜ਼ ਕਰਕੇ ਇਹਦੇ ਵਿੱਚ ਕਨਵਰਟ ਹੋ ਜਾਂਦਾ, ਠੀਕ ਹੈ। ਇਹ ਤੋਂ H ਪੋਜ਼ੀਟਿਵ ਲੂਜ਼ ਕਰਕੇ ਆ ਬਣਾ ਦਿੰਦਾ ਜਿਹੜਾ ਕਿ ਜਿਹਦੇ ਰੈਜ਼ੋਨੈਂਸ ਹਾਈਬ੍ਰਿਡ ਵੀ ਰੈਜ਼ੋਨੇਟਿੰਗ ਸਟਰਕਚਰ ਵੀ ਸਟੇਬਲ ਨਹੀਂ, ਤਾਂ ਰੈਜ਼ੋਨੇਟਿੰਗ ਸਟਰਕਚਰ ਨਹੀਂ ਸਟੇਬਲ ਹੁੰਦਾ, ਤਾਂ ਕਰਕੇ ਇਹ ਜ਼ਿਆਦਾ ਐਸਿਡਿਕ ਹੁੰਦਾ, H ਪੋਜ਼ੀਟਿਵ ਛੇਤੀ ਲੂਜ਼ ਕਰ ਦਿੰਦਾ, ਠੀਕ ਹੈ। ਬਾਕੀ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ, ਬਾਕੀ ਜਿਹੜੇ 3 ਇਫੈਕਟ ਨੇ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।